मीडिया ਨੂੰ ਬਲੈਕਆਊਟ ਕਿਉਂ ਕੀਤਾ ਜਾ ਰਿਹਾ? ਵਾਟ ਇਜ਼ देयर ਟੂ ਹਾਈਡ? ਲੁਕਾਉਣ ਨੂੰ ਕੀ ਹੈ? ਫਿਰ ਗੱਲ ਉੱਥੇ ਜਾਂਦੀ ਹੈ, ਲੁਕਾਉਣ ਨੂੰ ਫਿਕਸਡ ਮੈਚ ਹੈ। ਜਿਹੜਾ ਕੈਪਟਨ ਮੋਦੀ ਭਰਾ ਵੱਡਾ ਭਾਈ ਛੋਟਾ ਭਾਈ, ਉਹ ਫਿਕਸਡ ਮੈਚ ਹੈ ਜਿਹੜਾ ਉਹ ਚਾਹੁੰਦੇ ਨਹੀਂ ਤੁਹਾਡੇ ਸਾਹਮਣੇ ਆਵੇ। ਇੱਕ ਨੇ ਤਾਂ ਬਣਾਤਾ ਆਪਦੇ ਕਿਸਾਨਾਂ ਦਾ ਬੁੱਧੂ, ਹੁਣ ਦੂਜਾ ਵੀ ਬਣਾ ਦੇਵੇ। मतलब यही है ना कि पंजाब ने तक आपदे किसानां नूं ठग लिया, पंजाब दी कांग्रेस दी सरकार ने, ते हुण केजरीवाल जिहड़ा पहलां तो ठगी आउंदा वो भी ठग देवे। कैप्टन अमरिंदर सिंह ने इज ओनली फूलिंग द पीपल ऑफ पंजाब। जिवें इन्हां ने, मैं बाली गल च नहीं जाऊंगा, जिवें पाणियां दे मुद्दे ते कीता सी, कोई असर अज तक तुसीं वेखिआ पाणियां ते? जीरो। कल असीं ये भी रेज़ कीता कि जद तुसीं प्राइवेटाइजेशन दे जे खिलाफ हो ਤੇ 5-6 'ਚ ਸਭ ਤੋਂ ਪਹਿਲਾਂ ਪ੍ਰਾਈਵੇਟ ਮੰਡੀਆਂ ਪੰਜਾਬ 'ਚ ਬਣ ਸਕਦੀਆਂ। ਇਸ ਗੱਲ ਦਾ ਕਾਨੂੰਨ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਏ ਸੀ। 5-6 ਰੱਦ ਕਰੋ, ਨਹੀਂ ਕੀਤਾ। ਸਪੋਰਟ ਕਰਦੇ ਹੋਏ ਉਸ ਸੈਲੀਬ੍ਰੇਸ਼ਨ ਨੂੰ ਰਿਜੈਕਟ ਕਰਦੇ ਹੋਏ ਅਸੀਂ ਅੱਜ ਤੁਹਾਡੇ ਕੋਲ ਆਏ ਆ ਔਰ ਅਸੀਂ ਉਸ ਲੰਚ ਦੇ ਹਿੱਸਾ ਨਹੀਂ ਬਣੇ। ਉਹਦੇ ਵੱਡੇ ਕਾਰਨ ਦੋ ਰਹੇ ਆ। इस गल का तो थोनू पता है कि थोड़े कोल जो खबर आ रही है वो असी अज भी गल की विधान सभा च कि जो विधान सभा चो लीक आ रहा है, मतलब सीएम साहब ब्लैकआउट ही है मीडिया का। मीडिया नू ब्लैकआउट क्यों किया जा रहा? वाट इज देयर टू हाइड? लुकाउण नू की है? फिर गल उत्थे जाती है, लुकाउण नू फिक्सड मैच है। जिहड़ा कैप्टन मोदी भरा ਵੱਡਾ ਭਾਈ ਛੋਟਾ ਭਾਈ, ਉਹ ਫਿਕਸਡ ਮੈਚ ਹੈ ਜਿਹੜਾ ਉਹ ਚਾਹੁੰਦੇ ਨਹੀਂ ਤੁਹਾਡੇ ਸਾਹਮਣੇ ਆਵੇ। ਦੇਖੋ, ਪੰਜਾਬ ਦੇ ਲੋਕਾਂ ਦੀ ਬੜੀ ਸਪਸ਼ਟ ਮੰਗ ਸੀ ਕਿ ਇਹ ਕਾਲੇ ਕਾਨੂੰਨ ਰੱਦ ਹੋਣ। ਇਹ ਕਾਲੇ ਕਾਨੂੰਨ ਪੰਜਾਬ 'ਚ ਲਾਗੂ ਨਾ ਹੋਣ। कॉरपोरेटाइजेशन प्राइवेटाइजेशन दे पंजाब खिलाफ है। फूड च फूड सिक्योरिटी बड़ा इंपॉर्टेंट हिस्सा है पंजाब दा, देश दा। पीडीएस सिस्टम नूं किसी तरीके दी कोई आँच ना आवे, मगर असली एमएसपी ते खरीद और एमएसपी, बार बार ध्यान नाल सुन लियो जी, एमएसपी ते अशोर्ड खरीद, सारी एमएसपी ते फसल चुकी जावे। सारियां फसलां 22 दियां 22 ये पंजाब दे किसानां दी, पंजाब दे खेत मजदूरां दी मंग है और प्राइवेट मार्केट दे वो खिलाफ ने। कल जदों विधान सभा च 10 वजे पूरे 10:05 ਤੇ ਲੈ ਲਓ, 10 ਮਿੰਟ ਦੇ ਵਿੱਚ ਬਿੱਲ, ਪਹਿਲਾਂ ਤਾਂ ਰੈਜ਼ੋਲੂਸ਼ਨ ਪੇਸ਼ ਹੁੰਦਾ ਹੈ, ਫਿਰ ਬਿੱਲ ਆਉਂਦੇ ਆ। ਆਪੋਜੀਸ਼ਨ ਦੇ ਵਿਧਾਨਕਾਰਾਂ ਨੇ ਉੱਠ ਕੇ ਸਪੀਕਰ ਸਾਹਿਬ ਨੂੰ ਇਹ ਗੱਲ ਕਹੀ ਕਿ ਤੁਸੀਂ ਹੁਣੇ ਬਿੱਲ ਲੈ ਆਏ ਹੋ, ਸਾਨੂੰ ਪੜ੍ਹਨ ਦਾ ਟਾਈਮ ਤਾਂ ਦਿਓ, ਕਿਉਂਕਿ ਬਹਿਸ ਸ਼ੁਰੂ ਕਰਾਤੀ। ਤੁਸੀਂ ਸਪੀਕਰ ਸਾਹਿਬ ਦਾ ਪੱਖਪਾਤੀ ਰਵੱਈਆ ਵੇਖੋ, ਕਿਸ ਤਰ੍ਹਾਂ ਪੰਜਾਬ ਦੇ ਕਿਸਾਨੀ ਤੇ ਖੇਤ ਮਜ਼ਦੂਰਾਂ ਦੇ खंजर मारे गए उन्हां दी सोच ते। की कहंदे कि तुसीं ऐ करो, असीं कोई मंगिया कि सैशन उठा दिओ, अद्धे घंटे बाद या घंटे बाद रीकनवीन कर लिओ, असीं तसल्ली कर लीए। खजाना मंत्री साहब उठदे आ और कहंदे जी रीकनवीन करन दी कोई लोड़ नहीं, 45 मिनट बहस पहलां कांग्रेस कर लैंदी है, ये फिर बोलन। जदों बहस शुरू हो गई तो असीं बहस तो बाहर जा सकदे कि असी बहस से सुनना नहीं कि रूलिंग पार्टी की पक्ष रख रही है, मगर एक अंदर माहौल बनाता गया कि इन्हां नूं ना देखण दा, ना सोचण दा, ना कंसल्ट करन दा टाइम मिले ही ना। चलो, जो हालात अंदर बने सी, क्योंकि जब तुसी वॉर टाइम सिचुएशन होवे ਉਹਦੇ 'ਚ जो हालात बन जाते हैं, फिर बंदा जेड़े कुछ ਉਹਦੇ कोल औजार ने या जेड़े कुछ भी ਉਹਦੇ ਕੋਲ ਵੈਪਨਰੀ ਆ, ਉਹਨੇ ਉਹਦੇ ਹਿਸਾਬ ਨਾਲ ਹੀ ਲੜਨਾ। ਵੇਖੋ, ਇੱਕ ਮੈਸੇਜ ਬੜਾ ਜ਼ਰੂਰੀ ਸੀ
ਜਿਹੜੀ ਸਾਰੀ ਆਪੋਜੀਸ਼ਨ ਨੇ ਔਰ ਅਸੀਂ ਸਮਝਦੇ ਅਸੀਂ ਸਾਰੇ ਵਿਧਾਨਕਾਰਾਂ ਨੇ ਮਨ ਬਣਾਇਆ ਸੀਗਾ ਕਿ ਜੇ ਤਾਂ ਇਹ ਦਿੱਲੀ ਦੀ ਗੱਲ, ਦਿੱਲੀ ਦੇ ਕਾਲੇ ਕਾਨੂੰਨਾਂ ਦੇ ਅਸੀਂ ਖਿਲਾਫ ਹਾਂ, ਰੈਜ਼ੋਲੂਸ਼ਨ ਵੀ ਉਹੀ ਸੀ ਕਿ ਇਹ ਰੱਦ ਹੋਵੇ। ਅਸੀਂ ਕਿਹਾ ਰੈਜ਼ੋਲੂਸ਼ਨ ਦੀ ਅਸੀਂ ਸਪੋਰਟ ਵੀ ਕਰਦੇ ਹਾਂ, ਮਗਰ ਪਿਛਲੀ ਵਾਰੀ ਵਾਂਗੂ ਨਾ ਹੋਵੇ ਕਿ ਰੈਜ਼ੋਲੂਸ਼ਨ ਇੱਥੇ ਦੱਬ ਕੇ ਰੱਖ ਦਿਓ, ਭੇਜ ਦਿਓ ਐਤਕੀ, ਕਿਉਂਕਿ ਪਿਛਲੀ ਵਾਰੀ ਵੀ ਰੌਲਾ ਪਿਆ ਸੀ ਕਿ ਉਤੋਂ ਮੋਦੀ ਸਾਹਿਬ ਨੇ ਇਸ਼ਾਰਾ ਕਰਤਾ ਰੈਜ਼ੋਲੂਸ਼ਨ ਤਾਂ ਇੱਥੇ ਦੱਬ ਛੱਡਿਆ। ਮਗਰ ਜਿਹੜੇ ਬਿੱਲ ਲਿਆਏ ਹੋ ਇਹਨਾਂ ਬਿੱਲਾਂ 'ਚ ਤਬਦੀਲੀ ਦੀ ਲੋੜ ਆ। ਆਈ ਜਸਟ ਵਾਂਟ ਯੂ ਟੂ ਸੀ ਵਨ ਵੀਡੀਓ, ਕਿਉਂਕਿ ਇਹ ਕੈਪਟਨ ਅਮਰਿੰਦਰ ਸਿੰਘ ਦੇ ਬੋਲੇ ਔਰ ਇਹ ਗੱਲ ਮੈਂ ਚਾਹੂੰਗਾ ਅੱਜ ਸਪੀਕਰ ਸਾਹਿਬ ਨੂੰ ਕਿ ਜੋ ਐਮਐਲਏ ਉੱਥੇ ਜੋ ਕੁਝ ਬੋਲਿਆ ਉਸ ਨੂੰ ਕਾਈਂਡਲੀ ਜਨਤਕ ਕਰੋ, ਡੋਂਟ ਕੀਪ ਪੀਪਲ ਇਨ ਦਾ ਡਾਰਕ। ਕੱਲ ਤਾਂ ਸਾਨੂੰ ਬੜੇ ਪਿਆਰ ਨਾਲ ਘੇਰ ਕੇ ਕਹਿੰਦੇ ਆ ਜਾਓ ਗਵਰਨਰ ਸਾਹਿਬ ਦੇ, ਆ ਜਾਓ ਗਵਰਨਰ ਸਾਹਿਬ ਦੇ, ਮਗਰ ਜਿਹੜੇ ਇੰਪੋਰਟੈਂਟ ਗੱਲਾਂ ਵਿੱਚ ਉਠਾਈਆਂ ਗਈਆਂ ਉਹ ਵੀ ਸਾਹਮਣੇ ਆਓ। ਇਹ ਕੀ ਕਿਹਾ ਸੀ ਸੀਐਮ ਸਾਹਿਬ ਨੇ, ਉੱਚੀ ਕਰਕੇ ਲਾ ਦਿਓ। विधानसभा की कर सकती है। देखो ये पार्लियामेंट्री एक्ट है, अगर विधानसभा कुछ पास भी कर देगी कांट हेल्प एज वेल वाला दूसरा इशू ਜਿਹੜਾ ਅਸੀਂ ਬਿੱਲ ਲਿਆਏ ਸੀ ਔਨ ਇਹ ਤੁਹਾਨੂੰ ਮੈਂ ਉਹ ਭੇਜ ਦਿਓ, ਮੈਂ ਤੁਹਾਨੂੰ ਭੇਜ ਦੇਣਾ, ਮੈਂ ਪੜ੍ਹ ਦੇਣਾ। ਖਟਕਰ ਕਲਾਂ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਧਰਤੀ ਤੇ ਨਤਮਸਤਕ ਹੁੰਦੇ ਹੋਏ ਪੱਤਰਕਾਰ ਦੇ ਸਵਾਲ ਦੇ ਜਵਾਬ 'ਚ ਇਨਵਰਟਡ ਕਾਮਾਸ ਐਂਡ ਆਈ ਕੋਟ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਕੋਟ ਕਰ ਰਿਹਾ, ਵਿਧਾਨ ਸਭਾ ਕੀ ਕਰ ਸਕਦੀ ਹੈ। ਦੇਖੋ ਇਹ ਪਾਰਲੀਮੈਂਟਰੀ ਐਕਟ ਹੈ, ਅਗਰ ਵਿਧਾਨ ਸਭਾ ਕੁਝ ਪਾਸ ਵੀ ਕਰ ਦੇਵੇ ਇਟ ਕਾਂਟ ਹੈਲਪ ਈਵਨ ਇਫ ਵਿਧਾਨ ਸਭਾ ਪਾਸਿਸ ਸਮਥਿੰਗ ਯੂਨੈਨਿਮਸਲੀ, ਅਕਾਲੀ ਵੀ ਰਲ ਜਾਣ ਇਟ ਕਾਂਟ ਹੈਲਪ। ਅਸੈਂਬਲੀ ਦਾ ਕੋਈ ਐਕਟ ਕੈਨ ਨਾਟ ਓਵਰਰਾਈਡ ਅ ਪਾਰਲੀਮੈਂਟਰੀ ਐਕਟ। ਫਿਰ ਗੱਲ ਤਾਂ ਫੇਰ ਆ ਗਈ ਉਹੀ ਕਿ ਜਦ ਕੈਪਟਨ ਸਾਹਿਬ ਤੁਹਾਨੂੰ ਵੀ ਪਤਾ ਸੀ ਕਿ ਵਿਧਾਨ ਸਭਾ ਕੁਝ ਨਹੀਂ ਕਰ ਸਕਦੀ ਤੇ ਵਿਧਾਨ ਸਭਾ 'ਚ ਜਿੱਥੇ ਕੁਝ ਕਰ ਸਕਦੀ ਸੀ ਉਹ ਐਕਟ ਤਾਂ ਤੁਸੀਂ ਲਿਆਏ ਨਹੀਂ, ਜਿੱਥੇ ਵਿਧਾਨ ਸਭਾ ਕੁਝ ਨਹੀਂ ਕਰ ਸਕਦੀ ਸੀ ਉਹ ਐਕਟ ਲਿਆਏ, ਫਿਰ ਫਿਕਸਡ ਮੈਚ ਆ ਗਿਆ ਨਾਲ। ਔਰ ਮੈਂ ਗੱਲ ਤੇ ਅੱਗੇ ਦੱਸ ਦਿਆਂ 254 2 ਤਹਿਤ ਇਹ ਆਪ ਦਾ ਲਿਆਏ ਆ ਕੱਲ ਜਿਹੜੇ ਕਾਲੇ ਕਾਨੂੰਨਾਂ ਤੇ ਇਹਨਾਂ ਨੇ ਆਪ ਦੀਆਂ ਅਮੈਂਡਮੈਂਟਸ ਮੂਵ ਕੀਤੀਆਂ ਨੇ। ਹੁਣ ਮੈਂ ਤੁਹਾਨੂੰ ਨਾ ਇੱਕ ਕਲੀਅਰ ਗੱਲ ਸਮਝਾ ਦਿਆਂ ਕਿ ਇੱਕ ਤਾਂ ਹੁੰਦੀ ਹੈ ਸਟੇਟ ਲਿਸਟ, ਐਗਰੀਕਲਚਰ ਸੀ ਸਟੇਟ ਲਿਸਟ 'ਚ, ਜੇ ਇਹ ਕਰਦੇ ਪੰਜਾਬ ਨੂੰ ਮੰਡੀ ਐਲਾਨ ਦਿੰਦੇ ਤੇ ਫਿਰ ਉਹਦੇ 'ਚ ਪ੍ਰੈਜ਼ੀਡੈਂਟ ਦੀ ਮਨਜ਼ੂਰੀ ਦੀ ਲੋੜ ਨਹੀਂ ਸੀ, ਉਹ ਪੰਜਾਬ ਦੇ ਸਟੇਟਾਂ ਦੇ ਅਧਿਕਾਰ ਥੱਲੇ ਆ। 1961 ਦਾ ਐਕਟ APMC ਐਕਟ ਇੱਕ ਵਾਰੀ ਨਹੀਂ ਕਈ ਵਾਰੀ ਕੋਰਟਾਂ 'ਚ ਫੈਸਲਾ ਹੋ ਗਿਆ ਹੈ, ਲੈਜਿਸਲੇਟ ਹੋ ਚੁੱਕਿਆ ਹੈ ਕਿ ਤੁਸੀਂ ਐਗਰੀਕਲਚਰ ਸਟੇਟ ਸਬਜੈਕਟ ਹੈ, ਇਹਦੇ ਤੇ ਫੈਸਲਾ ਕਰ ਦਿਓ। ਔਰ ਇਹ ਮੰਗ ਸਾਡਾ ਪ੍ਰਾਈਵੇਟ ਮੈਂਬਰ ਬਿੱਲ ਜਿਹੜਾ ਇਹਨਾਂ ਨੇ ਮਨਜ਼ੂਰ ਨਹੀਂ ਕੀਤਾ ਉਹ ਇਹੀ ਸੀ ਕਿ ਜਦ ਸਾਰਾ ਪੰਜਾਬ ਮੰਡੀ ਐਲਾਨਿਆ ਜਾਊ ਤੇ ਫਿਰ ਕੋਈ ਰੈਜ਼ੀਡਿਊਲ ਜਗ੍ਹਾ ਤਾਂ ਰਹਿ ਨਹੀਂ ਗਈ, ਕੋਈ ਹੋਰ ਜਗ੍ਹਾ ਰਹੀ ਨਹੀਂ ਗਈ ਤੇ ਫਿਰ ਟ੍ਰੇਡ ਵਾਸਤੇ ਫਿਰ ਸਭ ਨੂੰ APMC ਮੰਡੀ ਤਹਿਤ ਆਉਣਾ ਪੈਣਾ ਤੇ ਮਸਲਾ ਮੁੱਕ ਜਾਣਾ ਸੀ। ਉਹਦੀ ਮਨਜ਼ੂਰੀ ਕਿਹਦੀ ਸੀ? ਪੰਜਾਬ ਵਿਧਾਨ ਸਭਾ ਦੀ, ਪੰਜਾਬ ਸਟੇਟ ਦੀ। ਮਗਰ ਉਹ ਕੰਮ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਦਿੱਲੀ ਖੁਸ਼ ਕਰਨਾ ਸੀ, ਦਿੱਲੀ ਦੇ ਨਾਲ ਰਲ ਕੇ ਖੇਡਣਾ ਸੀਗਾ। ਜੋ ਪੰਜਾਬ 'ਚ ਕੱਲਾ ਭੰਬਲ ਪੂਸਾ ਪਾ ਕੇ ਲੱਡੂ ਕਾਹਦੇ ਵੰਡੇ ਕੱਲ ਮੈਨੂੰ ਇਹ ਨਹੀਂ ਸਮਝ ਆ ਰਹੀ। ਅਸੀਂ ਕੰਡੈਮ ਕਰਦੇ ਆ, ਕਿਸਾਨੀ ਤਾਂ ਉੱਥੇ ਦੀ ਉੱਥੇ ਖੜੀ ਆ। ਅਸੀਂ ਜ਼ੀਰੋ ਤੇ ਸੀ, ਜ਼ੀਰੋ ਤੇ ਹੀ ਖਲੋਤੇ। ਔਰ ਮੈਂ ਇਹ ਗੱਲ ਵਿਧਾਨ ਸਭਾ 'ਚ ਕਹੀ, ਮੈਂ ਕਿਹਾ ਕੈਪਟਨ ਸਾਹਿਬ ਇੱਥੇ ਜਿੰਨਾ ਮਰਜ਼ੀ ਮਾਹੌਲ ਬਣਾ ਲਓ, ਤੁਹਾਡੇ 80 ਦੇ 80 MLA ਇੱਥੇ ਤੁਹਾਨੂੰ ਜੋ ਮਰਜ਼ੀ ਕਹੀ ਜਾਣ, ਲੋਕਾਂ ਨੇ ਸਾਨੂੰ ਸਵਾਲ ਕਰਨਾ। ਔਰ ਆਈ ਵਾਂਟ ਦਿਸ ਸਪੀਕਰ ਸਾਹਿਬ ਨੂੰ ਕਿ ਮੇਰੇ ਉਹ ਲਫ਼ਜ਼ ਬਾਹਰ ਕੱਢ ਕੇ ਲਿਆਉਣ ਕਿ ਮੈਂ ਕਿਹਾ ਕੀ ਸੀ। ਮੈਂ ਕਿਹਾ ਤੁਸੀਂ ਹਾਊਸ 'ਚ ਬੋਲਦੇ ਵੀ ਕਹਿ ਰਹੇ ਹੋ ਕਿ ਅਸੀਂ ਐਕਟ ਤਾਂ ਲੈ ਆਏ ਆ, ਮਗਰ ਇਹਦੇ ਲਈ ਮਨਜ਼ੂਰੀ ਗਵਰਨਰ ਤੇ ਰਾਸ਼ਟਰਪਤੀ ਦੀ ਚਾਹੀਦੀ। ਰਾਸ਼ਟਰਪਤੀ ਸਾਹਿਬ ਕਿਵੇਂ ਦੇ ਦੇਣਗੇ ਜੀ ਇਹਦੀ ਮਨਜ਼ੂਰੀ? ਮੈਨੂੰ ਇਹ ਸਮਝਾ ਦਿਓ। ਜੇ ਆਲਰੇਡੀ ਉਹ 3 ਬਿੱਲਾਂ ਦੀ ਮਨਜ਼ੂਰੀ ਦੇ ਚੁੱਕੇ ਆ ਪਾਰਲੀਮੈਂਟ ਦੀ, ਉਹਨਾਂ ਨੇ ਦੇਣੀ ਨਹੀਂ। ਔਰ ਇਹ 254 ਮੇਰਾ ਕਹਿਣ ਦਾ ਭਾਵ ਕਿ ਤੁਸੀਂ ਸਟੇਟ ਸਬਜੈਕਟ ਜਿਹੜਾ ਐਂਟਰੀ ਐਗਰੀਕਲਚਰ ਹੈ 14 ਨੰਬਰ ਸਟੇਟ ਲਿਸਟ 'ਚ ਸੀ, ਉਹ ਤਾਂ ਲਿਆਏ ਨਹੀਂ ਐਕਟ, ਲੈ ਆਏ ਤੁਸੀਂ ਕਨਕਰੈਂਟ ਲਿਸਟ। ਔਰ ਕਨਕਰੈਂਟ ਲਿਸਟ ਉੱਤੇ ਅੱਜ ਇੱਕ ਅਖਬਾਰ ਨੇ ਲਿਖਿਆ ਵੀ ਹੈ, ਬੜਾ ਸਪਸ਼ਟ ਹੈ, ਵਾਈ
मैं पढ़ दिया थोनू, वाई इनवोकिंग आर्टिकल 254(2) is a bad option where a law made by the legislature of a state with respect to one of the matters enumerated in the concurrent list contains any provision repugnant to the provisions of an earlier law made by Parliament or an existing law with respect to that matter, then the law so made by the legislature of such state shall, if it has been reserved for the consideration of the President and has received his assent, prevail in that state. बड़ा clear कि जे President दो assent फेर है. Provided that nothing in this clause shall prevent Parliament from enacting at any time any law with respect to the same matter, including a law adding to, amending, varying or repealing the law so made by the legislature. बड़ा स्पष्ट लिखिਆ है, ਤੁਸੀਂ ਜੋ ਮਰਜ਼ੀ ਕਰ ਲਓ, ਇਹਦਾ ਕੱਖ ਨਹੀਂ ਬਣਨਾ. ਇਹਦਾ ਕੀ ਮਤਲਬ ਨਿਕਲਦਾ ਜੀ ਕਿ ਫੇਰ ਭੰਬਲ ਪੂਸਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ, ਪੰਜਾਬ ਦੇ ਲੋਕਾਂ ਨਾਲ, ਕਿਸਾਨਾਂ ਨਾਲ ਧੋਖਾ ਕਰਨਾ, ਧਰੋਹ ਕਰਨਾ ਔਰ ਆਪਦਾ ਫਿਕਸਡ ਮੈਚ ਖੇਡਣਾ. ਕੈਪਟਨ ਅਮਰਿੰਦਰ ਸਿੰਘ ਨੇ is only fooling the people of ਪੰਜਾਬ. ਜਿਵੇਂ ਇਹਨਾਂ ਨੇ, ਮੈਂ ਬਾਲੀ ਗੱਲ 'ਚ ਨਹੀਂ ਜਾਊਂਗਾ, ਜਿਵੇਂ ਪਾਣੀਆਂ ਦੇ ਮੁੱਦੇ ਤੇ ਕੀਤਾ ਸੀ, ਕੋਈ ਅਸਰ ਅੱਜ ਤੱਕ ਤੁਸੀਂ ਵੇਖਿਆ ਪਾਣੀਆਂ ਤੇ? ਜ਼ੀਰੋ. ਅੱਜ 16 ਸਾਲ ਹੋ ਗਏ, ਹਲੇ ਵੀ ਅਸੀਂ ਉਹ ਕੰਮ ਲੜ ਰਹੇ. ਇਹ ਕੰਮ ਵੀ ਇਹਨਾਂ ਨੇ ਇਸ ਲਈ ਇਸ ਪਾਸੇ ਪਾਇਆ ਕਿ ਮੈਂ ਦਿੱਲੀ ਨੂੰ ਖੁਸ਼ ਕਰ ਦਿਆਂ, ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਦਿਆਂ ਔਰ ਦਿੱਲੀ ਨਾਲ ਰਲ ਕੇ ਇਹ ਫਿਕਸਡ ਮੈਚ ਖੇਲ ਕੇ ਗੁੰਮਰਾਹ ਕਰਨ ਦੀ ਕੱਲੀ ਸਾਜ਼ਿਸ਼ ਚਲੀ ਗਈ ਹੈ, ਕੋਸ਼ਿਸ਼ ਕੀਤੀ ਗਈ ਹੈ. ਅਸੀਂ ਸਾਰਿਆਂ ਨੇ ਇਹ ਗੱਲ ਉੱਥੇ ਵੀ ਇਹ ਰੱਖੀ ਸੀ ਔਰ ਜਿਹੜੀ ਗੱਲ ਤੁਹਾਨੂੰ ਪਹਿਲਾਂ ਵੀ ਕੀਤੀ ਹੈ ਕਿ ਜਿਹੜੇ MSP ਦੀ ਗੱਲ, ਵੇਖੋ ਕੱਲ MSP ਦੀ ਗੱਲ ਇੱਕ ਵਾਰੀ ਨਹੀਂ ਕਈ ਵਾਰੀ ਉੱਠੀ ਕਿ CM ਸਾਹਿਬ ਲੋਕਾਂ ਦੇ ਮੁੱਦੇ ਕੀ ਹੈ. ਨਾ ਤਾਂ ਤੁਸੀਂ ਐਡਰੈਸ ਕੀਤਾ ਪ੍ਰਾਈਵੇਟ ਮੰਡੀ ਦਾ ਕੰਮ, ਉਹ ਵੀ ਤੁਸੀਂ ਗੋਲਮੋਲ ਕਰ ਗਏ. ਨਾ ਤੁਸੀਂ ਐਡਰੈਸ ਕੀਤੀ MSP ਦੀ ਗੱਲ, ਲਿਖ ਕੇ ਭੇਜਤਾ ਉੱਥੇ ਕਿ MSP ਦੇ ਦਿਓ. ਕਿਹਦੇ ਤੇ? ਕਣਕ ਤੇ ਝੋਨੇ ਤੇ ਤਾਂ ਅੱਗੇ ਆ ਰਹੀ ਹੈ. ਤੇ ਜਿਹੜੀ ਆ ਕਾਟਨ ਰੁਲਦੀ ਆ ਜਿਹਦਾ 5700 ਰੇਟ ਹੈ ਤੇ ਵਿਕ 3000 3500 4000 ਤੇ ਰਹੇ, ਉਹਦਾ ਜ਼ਿਕਰ ਹੀ ਕੋਈ ਨਹੀਂ. ਇੱਕ ਵਾਰੀ ਨਹੀਂ 10 ਵਾਰੀ ਇਹ ਗੱਲ ਅੰਦਰ ਰੇਜ਼ ਹੋਈ, ਕੋਈ ਗੱਲ ਨਹੀਂ ਸੁਣੀ. 1800 ਮੱਕੀ ਤੇ MSP ਹੈ, ਵਿਕ ਕਿੰਨੇ ਨੂੰ ਰਹੀ ਆ? 800 ਨੂੰ, 1000 ਨੂੰ. ਅਸੀਂ ਇਹ ਗੱਲ ਕਹੀ ਕਿ ਜਦ ਤੁਸੀਂ ਦੋ ਫਸਲਾਂ ਦੀ MSP ਦੀ ਗੱਲ ਕਰਤੀ ਹੈ ਤੇ ਤੁਸੀਂ ਬਾਈਆਂ ਦੀ ਕਿਉਂ ਨਹੀਂ ਕਰਦੇ? ਬਿਲਕੁਲ ਕੋਈ ਜਵਾਬ ਨਹੀਂ. ਔਰ ਫਿਰ ਅਸੀਂ ਤੀਜੀ ਗੱਲ ਇਹ ਕਹੀ, ਦੇਖੋ ਸਟੇਟਸ ਤਾਂ ਜੋ ਸਰਕਾਰਾਂ ਤਾਂ ਦੋ ਹੀ ਨੇ ਨਾ. ਜੇ ਤੁਹਾਡੇ ਨਾਲ ਸੈਂਟਰ ਸਰਕਾਰ ਧੋਖਾ ਕਰ ਰਹੀ ਹੈ, ਪੰਜਾਬੀ ਇਹ ਮਹਿਸੂਸ ਕਰ ਰਹੇ ਕਿ ਸੈਂਟਰ ਸਰਕਾਰ ਕਾਲੇ ਕਾਨੂੰਨ ਲੈ ਆਈ ਹੈ, ਸਾਡੇ ਉਲਟ ਨੇ, ਫਿਰ ਦੂਜੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਣੀ ਸੀ. ਸਟੇਟ ਸਬਜੈਕਟ ਸੀ ਐਗਰੀਕਲਚਰ, ਉਹ ਤੋਂ ਵੀ ਭੱਜ ਗਏ. MSP ਦੀ ਅਸ਼ੋਰੈਂਸ ਦੀ ਗੱਲ ਸੀ, ਉਸ ਤੋਂ ਵੀ ਭੱਜ ਗਏ. ਜੇ ਹਰਿਆਣੇ 'ਚ ਕਈ ਫਸਲਾਂ ਨੇ ਜੇ ਤੇ MSP ਤੋਂ ਘੱਟ, ਜੇ ਮੱਕੀ ਦੀ ਵੀ ਖਰੀਦ ਆ, ਹੋਰ ਬਾਕੀ ਪੈਸੇ ਹਰਿਆਣਾ ਸਟੇਟ ਦੇ ਰਿਹਾ, ਕਿਉਂ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਜ਼ਿੰਮੇਵਾਰੀ ਚੁੱਕੀ? ਕਿਉਂ? ਕਿਉਂਕਿ ਸਿਰਫ ਇੱਕੋ ਇੱਕ ਮਕਸਦ ਸੀ ਕਿ ਲੋਕਾਂ ਨੂੰ ਇਹ ਭੰਬਲ ਪੂਸਾ ਪਾ ਦਿਓ, ਲੱਡੂ ਵੰਡਤੇ. ਲੱਡੂ ਕਾਹਦੇ ਵੰਡੇ ਆ? ਕਿ ਮੋਦੀ ਦੀ ਜਿੱਤ ਕਰਾਤੀ ਤੁਸੀਂ ਇੱਥੇ, ਕਾਲੇ ਕਾਨੂੰਨ ਲਾਗੂ ਕਰਾਤੇ, ਇਸ ਗੱਲ ਦੇ ਲੱਡੂ ਵੰਡੇ? ਕਦੇ ਗਵਰਨਰ ਸਾਹਿਬ ਨੇ ਇਹਨੂੰ ਮਨਜ਼ੂਰੀ ਦੇ ਦੇਣੀ? ਤੁਸੀਂ ਰਾਸ਼ਟਰਪਤੀ ਤਾਂ ਬੜੀ ਦੂਰ ਦੀ ਗੱਲ ਹੈ, ਗਵਰਨਰ ਸਾਹਿਬ ਨੇ ਮਨਜ਼ੂਰੀ ਨਹੀਂ ਦੇਣੀ ਇਸ ਨੂੰ. ਮਗਰ ਪੰਜਾਬ 'ਚ ਮਤਲਬ ਕਿ ਜਿੱਥੇ ਅਸੀਂ ਖਲੋਤੇ ਉੱਥੇ ਹੀ ਖਲੋਤੇ ਰਹੇ ਕਿ ਦਿੱਲੀ ਦੇ ਕਾਨੂੰਨ, ਕਾਲੇ ਕਾਨੂੰਨ ਲਾਗੂ ਰਹਿਣਗੇ. ਅਸਲੀਅਤ ਇਹੀ ਹੈ. ਦੇਰ ਇਜ਼ ਨੋ ਚੇਂਜ ਔਨ ਗਰਾਊਂਡ ਸਿਚੁਏਸ਼ਨ. ਆਪਾਂ ਜੋ ਕੁਝ ਕੀਤਾ ਕੱਲਾ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਾਹਿਬ ਨੂੰ ਖੁਸ਼ ਕਰਨ ਲਈ ਕੀਤਾ, ਹੋਰ ਕੱਖ ਨਹੀਂ ਕੀਤਾ. ਔਰ ਮੈਂ ਫਿਕਸਡ ਮੈਚ ਥੋੜੀ ਜੀ ਗੱਲ ਤੁਹਾਨੂੰ ਹੋਰ ਦੱਸ ਦਿਆਂ. ਇਹਨਾਂ ਨੇ ਬੜੀ ਗੱਲਾਂ ਕੀਤੀਆਂ, ਤੁਹਾਨੂੰ ਇਹ ਰਿਕਾਰਡ ਦੀ ਗੱਲ ਹੈ. ਚਲੋ ਇਹ ਤਾਂ ਨਹੀਂ ਮੈਂ ਕਹਿੰਦਾ, ਤੁਹਾਨੂੰ ਮੈਂ ਪੜ੍ਹਾ ਦਿੰਦਾ. ਪੇਜ ਇਹ ਆ, ਸੱਚ ਜਿਹੜਾ ਇੱਕ ਪੁਆਇੰਟ ਸੀ ਕੱਲ ਅਸੀਂ ਇਹ ਵੀ ਰੇਜ਼ ਕੀਤਾ ਕਿ ਜਦ ਤੁਸੀਂ ਪ੍ਰਾਈਵੇਟਾਈਜੇਸ਼ਨ ਦੇ ਜੇ ਖਿਲਾਫ ਹੋ
ਤੇ 5-6 'ਚ ਸਭ ਤੋਂ ਪਹਿਲਾਂ ਪ੍ਰਾਈਵੇਟ ਮੰਡੀਆਂ ਪੰਜਾਬ 'ਚ ਬਣ ਸਕਦੀਆਂ। ਇਸ ਗੱਲ ਦਾ ਕਾਨੂੰਨ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਏ ਸੀ। 5-6 ਰੱਦ ਕਰੋ, ਨਹੀਂ ਕੀਤਾ। ਅਸੀਂ ਕਿਹਾ ਤੁਸੀਂ ਉਸ ਤੋਂ ਬਾਅਦ 17 ਦੇ ਲੈ ਕੇ ਆਏ, ਉਹਦੇ 'ਚ ਵੀ ਇਹੀ ਕੁਛ ਹੈ ਕਿ ਤੁਸੀਂ ਮੰਡੀਆਂ ਰੱਦ ਕਰੋ, ਉਹ ਵੀ ਨਹੀਂ ਕੀਤਾ। ਆ ਇਹਨਾਂ ਦਾ ਚੋਣ ਮੈਨੀਫੈਸਟੋ ਹੈ, ਆ ਕਾਂਗਰਸ ਵਾਲਾ ਜਿਹੜਾ 19 ਵਾਲਾ, ਔਰ ਇੱਕ ਵਾਰੀ ਨਹੀਂ ਕਈ ਵਾਰੀ ਤੁਸੀਂ ਵੇਖ ਤਾਂ ਲਿਆ, ਬਟ ਜਸਟ ਫॉर योर ਰਿਕਾਰਡ ਇਹਦੇ 'ਚ ਐਗਰੀਕਲਚਰ ਸਬਜੈਕਟ ਤੇ 11 ਨੰਬਰ ਤੇ ਹੈ, ਕਾਂਗਰਸ ਵਿਲ ਰਿਪੀਲ ਦੀ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀਜ਼ ਐਕਟ and make trade and agriculture produce including export imports of interstate trade free from all restriction। ਇਹ ਸਪਸ਼ਟ ਲਿਖਿਆ। ਔਰ ਇਹੀ ਕਾਰਨ ਹੈ ਕਿ wherever ਰਾਹੁਲ ਗਾਂਧੀ ਪਾਰਲੀਮੈਂਟ 'ਚ ਰਾਹੁਲ ਗਾਂਧੀ ਇਹ ਕਾਲੇ ਕਾਨੂੰਨ ਜਿਸ ਦਿਨ ਇੰਟਰੋਡਿਊਸ ਹੁੰਦੇ, ਨਾ ਤਾਂ ਕਾਂਗਰਸ ਉੱਥੇ ਵਿਪ ਜਾਰੀ ਕਰਦੀ ਹੈ। ਮੈਂ ਫਿਕਸਡ ਮੈਚ ਤੇ ਆ ਰਿਹਾ ਹੁਣ, ਰਲੀ ਮਿਲੀ ਭੁਗਤ ਤੇ ਕਿੱਥੋਂ ਸ਼ੁਰੂ ਹੁੰਦੀ ਹੈ? ਇਹ ਇਕੱਲਾ ਅੱਜ ਦੀ ਸ਼ੁਰੂ ਨਹੀਂ, ਦਿੱਲੀ 'ਚ NDA ਤੋਂ ਬਾਅਦ ਜਾਂ BJP ਤੋਂ ਬਾਅਦ ਸਭ ਤੋਂ ਵੱਡੀ ਗਿਣਤੀ ਕਿਹਦੀ ਹੈ? ਕਾਂਗਰਸ ਦੀ। ਲੋਕ ਸਭਾ 'ਚ ਇਹਨਾਂ ਨੇ ਕੀ ਕੀਤਾ? ਨਾਟ ਅਪੋਜ਼, ਵਾਕਆਊਟ। ਵਾਕਆਊਟ ਦਾ ਮਤਲਬ ਫ੍ਰੀ ਪੈਸੇਜ ਦਿਓ ਸਰਕਾਰ ਨੂੰ ਕਿ ਬਿੱਲ ਪਾਸ ਕਰਾ ਲੈਣ। ਫਿਰ ਰਾਜ ਸਭਾ 'ਚ ਕੀ ਹੋਇਆ? NDA ਦੇ ਕੋਲ 122 ਬੰਦੇ ਨੇ ਟੋਟਲ, 112, ਇਹਨਾਂ ਕੋਲ 130 ਜਾਂ 140 ਨੇ, ਔਰ ਲਾਰਜੈਸਟ ਪਾਰਟੀ BJP ਤੋਂ ਬਾਅਦ ਕਾਂਗਰਸ ਹੈ। ਨਾ ਤਾਂ ਰਾਜ ਸਭਾ 'ਚ ਕੋਈ ਪ੍ਰਾਈਵੇਟ ਮੈਂਬਰ ਬਿੱਲ ਕਾਂਗਰਸ ਲਿਆਈ, ਹਾਂ ਲਿਆਏ ਤੇ ਇੱਕ CPI ਵਾਲੇ ਲਿਆਏ ਤੇ ਜਾਂ DMK ਵਾਲੇ ਲਿਆਏ, ਜਿਨ੍ਹਾਂ ਨੇ ਰੌਲਾ ਵੀ ਪਾਇਆ। ਦੋਵਾਂ ਦੀ ਖਬਰ ਵੀ ਲੱਗੀ ਹੈ ਕਿ ਉਹ ਆਪ ਦੀ ਕੁਰਸੀ ਤੇ ਖੜੇ ਆ, ਉਹਨਾਂ ਦੀ ਵੀਡੀਓ ਵੀ ਆ ਰਹੀ ਹੈ। ਮਗਰ ਕਿੱਥੇ ਸੀ? ਤੁਹਾਨੂੰ ਪਤਾ ਕਿੰਨੇ ਬੰਦੇ ਐਬਸੈਂਟ ਸੀ ਕਾਂਗਰਸ ਦੇ ਉਸ ਦਿਨ? 13 MP ਰਾਜ ਸਭਾ ਚੋਂ 40 ਚੋਂ ਕਾਂਗਰਸ ਦੇ ਆਪ ਦੇ ਐਬਸੈਂਟ ਸੀ, ਔਰ 3 ਪੰਜਾਬ ਦੇ MPਆਂ ਚੋਂ 2 ਐਬਸੈਂਟ ਸੀ। ਮਤਲਬ ਕਿ ਉਸ ਦਿਨ ਵੀ ਰਲ ਕੇ ਖੇਡੇ ਮੋਦੀ ਸਾਹਿਬ ਨਾਲ ਕਿ ਰਾਜ ਸਭਾ 'ਚ ਇਹ ਪਾਸ ਹੋ ਜਾਂਦਾ। ਜੇ ਕਾਂਗਰਸ ਦੀ ਮਨਸ਼ਾ ਸਾਫ਼ ਹੁੰਦੀ ਤੇ ਇਹ ਰਾਹੁਲ ਗਾਂਧੀ ਇੱਥੇ ਤੇ ਆ ਗਏ ਟਰੈਕਟਰ ਤੇ ਚੜ੍ਹ ਕੇ, ਤੇ ਜਿੱਥੇ ਪਾਰਲੀਮੈਂਟ ਦੀ ਜ਼ਿੰਮੇਵਾਰੀ ਸੀ ਉਦੋਂ ਤਾਂ ਗੈਰ ਹਾਜ਼ਰ, ਨਾ ਵਿਪ ਜਾਰੀ ਕੀਤੀ, ਨਾ ਉੱਥੇ ਕੋਈ ਬਿੱਲ ਮੂਵ ਕੀਤਾ, ਨਾ ਉੱਥੇ ਕੋਈ ਲੜਾਈ ਲੜੀ। ਮੇਰਾ ਕਹਿਣ ਦਾ ਭਾਵ ਹੈ ਕਿ ਸਿਰਫ ਤੇ ਸਿਰਫ ਇਹ 254(2) ਪੰਜਾਬ ਦੀ ਸਥਿਤੀ ਨਹੀਂ ਬਦਲੂਗੀ। ਪੰਜਾਬ ਦੇ ਲੋਕਾਂ ਨਾਲ ਇਹ ਧੋਖਾ ਹੈ। ਪੰਜਾਬ ਦੇ ਲੋਕ ਇੱਕ ਗੱਲ ਸਮਝ ਲੈਣ ਕਿ ਜੋ ਵਿਧਾਨ ਸਭਾ 'ਚ ਕੱਲ ਹੋਇਆ ਹੈ ਇਹ ਠੀਕ ਹੈ। ਸਾਨੂੰ ਇਹ ਤੁਸੀਂ ਪੁੱਛੋਗੇ ਤੁਸੀਂ ਨਾਲ ਕਿਉਂ ਖਲੋਤੇ? ਕਿਉਂਕਿ ਉੱਥੇ ਇੰਪ੍ਰੈਸ਼ਨ ਇਹ ਭੇਜ ਰਹੇ ਸੀ ਬਾਹਰ ਕਿ ਜਾਂ ਤਾਂ ਤੁਸੀਂ ਨਾਲ ਖਲੋ ਜਾਓ, ਤੇ ਜੇ ਤੁਸੀਂ ਨਾਲ ਨਹੀਂ ਖਲੋਂਦੇ ਫਿਰ ਤੁਸੀਂ ਕਿਸਾਨਾਂ ਦੇ ਉਲਟੋ। ਅਸੀਂ ਦਿੱਲੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਸੀ, ਮਗਰ ਜਿਹੜੇ ਸਾਡੇ ਖਦਸ਼ੇ ਸੀ ਉਹ ਤਾਂ ਨਾ ਵਿਧਾਨ ਸਭਾ ਦੇ ਅੰਦਰ ਐਡਰੈਸ ਹੋਏ ਔਰ ਨਾ ਬਾਹਰ ਹੋਏ। ਤੁਸੀਂ ਮੇਰਾ ਪਹਿਲਾ ਇੰਟਰਵਿਊ ਵੇਖ ਲਓ, ਆਉਂਦੇ ਸਾਰ ਬਾਹਰ ਮੈਂ ਉਹੀ ਗੱਲਾਂ ਕੀਤੀਆਂ ਕੱਲ। ਔਰ ਕੈਪਟਨ ਅਮਰਿੰਦਰ ਸਿੰਘ ਜੀ ਕੱਲ ਬਾਰ-ਬਾਰ ਸਾਨੂੰ ਬੁਲਾਉਂਦੇ ਸੀ ਕਿ ਮੇਰੇ ਨਾਲ ਖੜੇ ਹੋ ਜਾਓ, ਮੇਰੇ ਨਾਲ ਖੜੇ ਹੋ ਜਾਓ। ਉਹ ਤਾਂ ਕਦੇ ਨਾਲ ਖੜੇ ਨਹੀਂ ਕੀਤਾ, ਅਸੀਂ ਤਾਂ ਆਪ ਬਚਦੇ ਫਿਰਦੇ ਸੀਗੇ। ਢਿੱਲੋਂ ਸਾਹਿਬ ਨੂੰ ਜ਼ਰੂਰ ਜਦੋਂ ਗਵਰਨਰ ਤੇ ਜਾਣਾ ਸੀਗਾ ਨਾਲ ਗਏ ਆ, ਮਗਰ ਓਨਲੀ ਅਗੇਂਸਟ ਕਾਲੇ ਕਾਨੂੰਨ ਆਫ ਦਿੱਲੀ। ਪੰਜਾਬ ਦੀ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੈ, ਜਿਸ ਤਰ੍ਹਾਂ ਫਿਕਸਡ ਮੈਚ ਖੇਡਿਆ ਗਿਆ ਅਸੀਂ ਉਸ ਨੂੰ ਕੰਡੈਮ ਕਰਦੇ ਹਾਂ। ਹਾਂਜੀ 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 ਫਿਰ ਮੈਂ ਹਾਂਜੀ ਬੋਲਾਂ, ਮੈਂ ਦੇ ਦਾਂ ਜੀ ਇਹਦਾ ਮੈਂ ਦੇ ਦਵਾਂ ਜੀ। ਇਹਨਾਂ ਨੇ ਸੋਫਾ ਟਰੈਕਟਰ ਸੋਫਾ ਰੈਲੀ ਕੀਤੀ ਬਦਨੀ ਕਲਾਂ, ਉੱਥੇ ਇਹਨਾਂ ਦੇ MLA ਨੇ ਉੱਠ ਕੇ ਕੀ ਬੋਲਿਆ ਸੀ ਰਾਹੁਲ ਗਾਂਧੀ ਦੀ ਪ੍ਰੈਜ਼ੈਂਸ 'ਚ ਕਿ MSP ਸਟੇਟ ਸਰਕਾਰ ਨੂੰ ਦੇਣੀ ਚਾਹੀਦੀ। ਕੱਲ ਉਹ ਨਹੀਂ MLA ਸਾਹਿਬ ਬੋਲੇ ਵਿਧਾਨ ਸਭਾ 'ਚ, ਉਹਨਾਂ ਨੇ ਕਣਕ ਦੀ ਝੋਨੇ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਦੁੱਧ ਦੀ ਗੱਲ ਕਰਤੀ, ਉਹਨਾਂ ਨੇ ਹਿਮਾਚਲ ਦੀ ਗੱਲ ਕਰਤੀ, ਮਗਰ ਜਿਹੜੀ ਗੱਲ ਕਰਨ ਵਾਲੀ ਸੀ ਉਹ ਨਹੀਂ ਕੀਤੀ। ਮੈਂ ਪੁੱਛਣਾ ਚਾਹੁੰਦਾ ਕਿ ਕੈਪਟਨ ਸਾਹਿਬ ਉਦੋਂ ਕਿਉਂ ਚੁੱਪ ਰਹੇ, ਅੱਜ ਕਿਉਂ ਚੁੱਪ ਰਹੇ? ਔਰ ਕੱਲ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੱਲ ਜਦ MSP ਦੀ ਗੱਲ ਬਾਰ-ਬਾਰ ਹੋਈ
ਸਪੀਕਰ ਸਾਹਿਬ ਆਪ ਦਾ ਘੋੜਾ ਭਜਾ ਲਿਆ ਵਿੱਚ ਕਿ ਸਰਕਾਰ ਕਿਵੇਂ ਦੇ ਸਕਦੀ ਹੈ। ਮਤਲਬ ਇਸ ਹੱਦ ਤੱਕ ਕੱਲ ਦੀਆਂ ਕਾਰਵਾਈਆਂ ਵਿਧਾਨਕਾਰ ਦੇ ਪੱਖੋਂ ਵੇਖੋ, ਕਨਸਟੀਟਿਊਸ਼ਨਲੀ ਵੇਖੋ, ਤੇ ਕੋਈ ਉਹ ਚੰਗੀਆਂ ਪਰੰਪਰਾਵਾਂ ਨਹੀਂ ਅੰਦਰ ਸੀ। ਅੰਦਰ ਕੱਲਾ ਮੈਜੋਰਿਟੇਰੀਅਨਿਜ਼ਮ ਔਰ ਆਪ ਦੀ ਗੱਲ ਬਕਾਉਣੀ ਕਿ ਯਾਰ ਅਸੀਂ ਬੜਾ ਭਲਾ ਕਰਤਾ। ਭਲਾ ਕੀਤਾ ਕੀ? ਕੱਲ ਵੀ ਸਵਾਲ ਉੱਠੇ ਆ, ਅੱਜ ਵੀ ਉੱਠ ਰਹੇ, ਇਹ ਰੋਜ਼ ਉੱਠ ਰਹੇ, ਕਿਉਂਕਿ ਅਸਲੀਅਤ ਹੈ, ਸੱਚਾਈ ਹੈ। ਉਹ ਸੱਚਾਈ ਦਾ ਜਵਾਬ ਕੋਈ ਨਹੀਂ। ਬਟ ਹਾਂ, ਮੈਂ ਫੇਰ ਦੱਸ ਦਿਆਂ, ਦਿੱਲੀ ਦੀ ਖਿਲਾਫ ਲੜਾਈ 'ਚ ਅਸੀਂ ਸਾਰੇ ਇਕੱਠੇ ਆ, ਕਿਸਾਨੀ ਦੇ ਹੱਕ 'ਚ। ਕੱਲਾ ਇਸ ਲਈ ਅਸੀਂ ਕੱਲ ਦੇ ਰੈਜ਼ੋਲੂਸ਼ਨ ਦੇ ਨਾਲ ਸੀ, ਮਗਰ ਸਾਡੇ ਸਵਾਲ, ਸਾਡੇ ਖਦਸ਼ੇ, ਜੋ ਫਿਕਸਡ ਮੈਚ ਚੱਲ ਰਿਹਾ ਉਹਦੇ ਬਾਰੇ ਤਾਂ ਗੱਲ ਤੱਕ ਹੀ ਨਹੀਂ ਆਈ। ਔਰ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਸਵਾਲ ਸਪਸ਼ਟ ਕੀਤਾ ਇਹਨਾਂ ਦੇ ਆ ਲਫ਼ਜ਼ ਪੜ੍ਹ ਕੇ ਕਿ ਤੁਸੀਂ ਇਹ ਕਹੇ ਸੀ ਖਟਕਰ ਕਲਾਂ 'ਚ, ਉਹਦਾ ਇੱਕ ਜਵਾਬ ਨਹੀਂ। ਕਹਿੰਦਾ ਮੈਂ ਹੁਣ ਵੀ ਕਹਿੰਦਾ ਕਿ ਗਵਰਨਰ ਸਾਹਿਬ ਜੇ ਮਨਜ਼ੂਰੀ ਦੇਣ, ਵਾਟ ਡਜ਼ ਇਟ ਮੀਨ? ਫਿਰ ਕਹਿੰਦਾ ਜੀ ਤਿਆਰ ਹੋ ਜਾਓ, ਲੰਮੀ ਲੜਾਈ ਲੜਾਂਗੇ ਕਾਨੂੰਨੀ। ਉਹਦਾ ਕੀ ਮਤਲਬ ਹੈ? ਕਿ ਕਾਲੇ ਕਾਨੂੰਨ ਪੰਜਾਬ 'ਚ ਲਾਗੂ ਰਹਿਣਗੇ। ਪੰਜਾਬ ਸਰਕਾਰ ਦਾ ਵਿਧਾਨ ਸਭਾ ਦੀ ਬਿਲਕੁਲ ਐਕਟ ਦੀ ਗੱਲ ਕਰਨੀ ਸੀ ਵਿਧਾਨ ਸਭਾ ਦੇ ਵਿੱਚ, ਉਸਦਾ ਵੀ ਕੋਈ ਜ਼ਿਕਰ ਨਹੀਂ ਕੀਤਾ। ਦੇਖੋ ਜੀ, ਨਾ ਤਾਂ ਪੰਜਾਬ ਨੂੰ ਮੈਂ ਫੇਰ ਬਾਰ-ਬਾਰ ਕਹਿ ਦਿਆਂ ਸੀ, ਇਹ ਵੀ ਆ ਸ਼ਰਨਜੀਤ ਸਿੰਘ ਢਿੱਲੋਂ ਸਾਹਿਬ ਨੇ ਮੂਵ ਕੀਤਾ ਸੀਗਾ ਕਿ 2017 ਦੇ ਸਾਰੇ ਜਿਹੜੇ ਆ ਕਾਲੇ ਕਾਨੂੰਨ ਰਾਹੁਲ ਗਾਂਧੀ ਦੇ ਇਸ਼ਾਰੇ ਤੇ ਕਾਂਗਰਸ ਲੈ ਕੇ ਆਈ ਸੀ ਅਗਸਤ 'ਚ, ਉਹਨਾਂ ਨੂੰ ਰਿਪੀਲ ਕਰੋ। ਕਿਸਾਨ ਜਥੇਬੰਦੀਆਂ ਵੀ ਇਹ ਮੰਗ ਰਹੀਆਂ ਨੇ, 2013 ਦੀ ਵੀ ਮੰਗ ਰਹੀ ਆ, 6 ਦੀ ਵੀ ਮੰਗ। ਗੱਲ ਉੱਠੀ, ਗੱਲ ਹੋਈ, ਤੇ ਜਦ ਅਸੀਂ ਕਿਹਾ ਰੱਦ ਕਰ ਦਿਓ, ਉਹਦਾ ਜਵਾਬ ਕੋਈ। ਕਿਸੇ ਨੇ ਇਹ ਗੱਲ ਕਹੀ ਕਿ ਤੁਸੀਂ 13 ਦਾ ਲਿਆਏ ਹੋ ਕੰਟਰੈਕਟ ਫਾਰਮਿੰਗ ਦਾ, ਅਸੀਂ ਕਿਹਾ ਕਰ ਦਿਓ, ਮੈਜੋਰਟੀ ਤਾਂ ਤੁਹਾਡੀ ਆ। ਇਹ ਗੱਲ ਦੀ ਸੋਧ ਕਿਹਨੇ ਲਿਆਉਣੀ ਹੈ? ਹਾਲ ਵੇਖੋ, ਕੱਲ ਪਾਰਲੀਮੈਂਟਰੀ ਪ੍ਰੋਸੀਜਰ ਦਾ ਕਿਸ ਤਰ੍ਹਾਂ ਉਡਾਇਆ ਗਿਆ। ਅਮੈਂਡਮੈਂਟ ਤੁਸੀਂ ਲਿਆਉਣੀ ਕਦੋਂ ਹੈ? ਪੜ੍ਹ ਕੇ ਨਾ। ਜਦ ਬਹਿਸ ਸ਼ੁਰੂ ਹੋ ਗਈ ਤੇ ਅਮੈਂਡਮੈਂਟ ਕਿੱਥੋਂ ਲਿਆਉਣੀ ਹੈ? ਜਾਂ ਤਾਂ ਤੁਸੀਂ ਉਹ ਜੇ ਕਹੋ ਅਮੈਂਡਮੈਂਟ ਲਿਆਉਣ, ਕਹੋਗੇ ਬੋਲ ਦਿਓ, ਤੁਹਾਨੂੰ ਟਾਈਮ ਦਿੱਤਾ ਹੈ, ਸਪੀਕਰ ਸਾਹਿਬ ਕਹਿੰਦੇ ਤੁਸੀਂ ਬੋਲ ਦਿਓ। ਮਤਲਬ ਹਾਲਾਤ ਹੀ ਬਣਾਏ ਪਏ ਕਿ ਇਹ ਕੋਈ ਗੱਲ ਕਰਨ ਜੋਗੀ ਨਾ ਰਹਿਣ, ਬਸ ਇਹਨਾਂ ਨੂੰ ਕੱਢ ਦਿਆਂ ਮੈਂ। ਔਰ ਫਿਰ ਲਾਸਟ 'ਚ ਪਾਸ ਹੋਣ ਤੋਂ ਪਹਿਲਾਂ ਅਸੀਂ ਸਾਰਿਆਂ ਨੇ ਮਨ ਬਣਾਇਆ ਔਰ ਅਸੀਂ ਇਹ ਗੱਲ ਕਹੀ ਕਿ ਕੈਪਟਨ ਸਾਹਿਬ, ਜੇ ਤੁਸੀਂ ਸਮਝਦੇ ਹੋ ਕਿ ਲੋਕ ਮੂਰਖ ਨੇ, ਲੋਕ ਨਹੀਂ ਮੂਰਖ। ਵਿਧਾਨ ਸਭਾ ਦੇ ਅੰਦਰ ਜੋ ਮਰਜ਼ੀ ਕਰ ਲਓ। ਮੇਰੀ ਅੱਜ ਵੀ ਤੁਹਾਨੂੰ ਬੇਨਤੀ ਆ ਕਿ ਲੋਕਾਂ ਨੇ ਤੁਹਾਨੂੰ ਸਵਾਲ ਪੁੱਛਣਾ, ਕਟਕਰੇ 'ਚ ਖੜਾ ਕਰਨਾ। ਹਲੇ ਵੀ ਨਾ ਪਾਸ ਕਰੋ, ਅੱਜ ਦੀ ਰਾਤ ਲੰਘ ਲੈਣ ਦਿਓ। ਤੁਸੀਂ ਸੈਸ਼ਨ ਐਕਸਟੈਂਡ ਕਰਤਾ, ਸਵੇਰੇ ਆ ਕੇ ਪਾਸ ਕਰ ਲਿਓ। ਮਗਰ ਮੈਨੂੰ ਨਹੀਂ ਪਤਾ ਕਿ ਐਡੀ ਮਜਬੂਰੀ ਜਾਂ ਐਡੀ ਜਲਦੀ ਕੀ ਸੀ। ਕਿ ਡਰ ਸੀ ਕਿ ਸਰਕਾਰ ਨਾਲ ਸਾਡੀ ਹਿੱਲ ਜੇ ਜਾਂ ਸਰਕਾਰ ਨਾਲ ਚਲੀ ਜੇ? ਕਿਸਾਨੀ ਪਿਆਰੀ ਨਹੀਂ ਸੀ, ਆਪਦੀ ਸਰਕਾਰ ਬਚਾਉਣੀ ਜ਼ਰੂਰੀ ਸੀ ਕਿ ਦਿੱਲੀ ਨਾ ਔਖਾ ਹੋ ਜੇ ਸ਼ਾਮ ਤੱਕ ਮੇਰੇ ਨਾਲ। ਮਿੰਟੋ ਮਿੰਟੀ ਪਾਸ ਕਰਕੇ ਪਰਾਂ ਨੂੰ ਗਏ। ਪਰ ਕੈਪਟਨ ਤਾਂ ਕਹਿੰਦੇ ਸੀ ਕਿ ਮੈਂ ਅਸਤੀਫਾ ਜੇਬ ਦੇ ਲਈ ਫਿਰਦਾ, ਅਸੀਂ ਸਾਰੀ ਦੇਣ ਨੂੰ ਤਿਆਰ। ਉਹ ਭਰਾਵਾ, ਜੇਬ ਨਾ ਤੂੰ ਵੇਖੀ ਨਾ ਮੈਂ ਵੇਖੀ, ਮਗਰ ਜਿਹੜੀ ਅੰਦਰੋਂ ਤਾਰਾਂ ਖੜਕਦੀਆਂ ਨੇ ਨਾ ਇਹਨਾਂ ਦੀਆਂ ਦਿੱਲੀ ਦੇ ਨਾਲ। ਮੈਨੂੰ ਇੱਕ ਗੱਲ ਦੱਸੋ, ਜਿਹੜਾ ਬੰਦਾ ਇਹ ਮੇਰੇ ਲਫ਼ਜ਼ ਤਾਂ ਨਹੀਂ ਨਾ ਕਿ ਸੈਸ਼ਨ ਬੁਲਾ ਕੇ ਕੀ ਕਰ ਲਓਗੇ? ਫਿਰ ਤੁਸੀਂ ਸੈਸ਼ਨ ਵੀ ਬੁਲਾ ਲਿਆ, ਲੋਕਾਂ ਨੇ ਜੇ ਤੁਹਾਡੇ ਗਲ 'ਚ ਗੂਠ ਦਿੱਤਾ ਤੇ ਇੱਕ ਦਿਨ ਨੂੰ ਕੀ ਹੋ ਜਾਣਾ ਸੀ? ਸਭ ਦੇ ਵਿਊ ਆ ਜਾਂਦੇ। ਬਾਰ-ਬਾਰ ਮੈਂ ਗੱਲ ਕਹਿਣਾ, ਇਹ ਬਿੱਲ ਪੰਜਾਬ ਦੀ ਲਾਈਫ ਲਾਈਨ ਸੀ, ਪੰਜਾਬ ਦੀ ਹੋਂਦ ਤੇ ਹਮਲਾ ਸੀ, ਪੰਜਾਬ ਦੀ ਆਉਣ ਵਾਲੀ ਪੀੜ੍ਹੀ ਤੇ ਹਮਲਾ ਸੀ। ਇਹ ਕਿਉਂ ਨਹੀਂ ਪਬਲਿਕ ਡੋਮੇਨ ਤੇ ਰੱਖੇ ਗਏ? ਵੱਖਰਾ ਐਕਟ ਲਿਆਉਣ ਦੀ ਗੱਲ ਹੋ ਰਹੀ ਹੈ ਜੀ। ਅੱਜ ਸਿੰਘ ਸਾਹਿਬ ਕਹਿ ਰਹੇ ਸੀ ਕਿ ਇਹਦੇ ਨਾਲ ਇੱਕ ਵੱਖਰਾ ਐਕਟ ਆਪਦਾ ਲਿਆਉਂਦੇ, ਉਹਦੇ ਲਈ ਸ਼ਾਇਦ ਇੰਨੀ ਮਨਜ਼ੂਰੀ ਦਾ ਚੱਕਰ ਕਿ ਦਿੱਲੀ ਤੱਕ ਬਿਲਕੁਲ ਉਹੀ ਅਸੀਂ ਉਹ ਯਾਰ ਤੁਸੀਂ ਆਹੀ ਗੱਲ ਨਹੀਂ ਸੁਣ ਰਹੇ ਬਰਾੜ ਸਾਹਿਬ। ਐਗਰੀਕਲਚਰ 14 ਐਂਟਰੀ ਨੰਬਰ ਐਗਰੀਕਲਚਰ ਦੀ ਹੈ। APMC ਮੰਡੀ 1961 ਦਾ ਐਕਟ, ਇੱਕ ਕੋਰਟ ਨਹੀਂ 10 ਕੋਰਟਾਂ 'ਚ ਫੈਸਲਾ ਹੋ ਗਿਆ ਕਿ ਇਹਦੇ ਤੇ ਸਰਕਾਰ, ਪੰਜਾਬ ਸੂਬੇ ਦੀ ਸਰਕਾਰ ਹੀ ਫੈਸਲਾ ਕਰੂਗੀ। ਉਹਦੇ ਬਾਰੇ ਤਾਂ ਲਿਆਏ ਕੱਖ ਨਹੀਂ, ਕੰਮ ਤਾਂ ਪਾਤਾ ਉੱਥੇ। ਹੁਣ ਗਿਆ ਹੋਈ ਗੱਲ ਕੀ ਆ ਅੰਦਰਲੀ, ਜੋ ਹੁਣ ਖਬਰ ਨਿਕਲ ਕੇ ਆ ਰਹੀ ਹੈ, ਮੋਦੀ ਸਾਹਿਬ ਨੇ ਅਸੀਂ ਬਿੱਲ ਲਿਆਏ ਆ ਕਿ ਪੰਜਾਬ ਨੂੰ ਮੰਡੀ ਐਲਾਨੋ ਅੰਡਰ APMC ਐਕਟ, ਕਿ ਕੋਈ ਹੋਰ ਪ੍ਰਾਈਵੇਟ ਮੰਡੀ ਦੀ ਗੁੰਜਾਇਸ਼ ਨਾ ਰਹਿ ਜੇ। ਮਗਰ ਅੰਦਰਲੀ ਕਹਾਣੀ ਹੁਣ ਜੋ ਨਿਕਲਣੀ ਸ਼ੁਰੂ ਹੋਈ ਹੈ, ਇਹਨਾਂ ਨੇ ਦਿੱਲੀ ਨਾਲ ਗੱਲ ਮੁਕਾਈ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਮੋਦੀ ਨਾਲ ਗੱਲ ਮੁੱਕੀ ਹੋਈ ਹੈ। ਔਰ ਗੱਲ ਕੀ ਮੁੱਕੀ ਹੈ ਕਿ ਤੂੰ ਤੋੜ ਦੇ ਸਾਡੇ ਵੱਲ ਨੂੰ, ਅਸੀਂ ਕੋਈ ਨਾ ਇਹਨੂੰ ਠੰਡੇ ਬਸਤੇ 'ਚ ਪਾ ਦਿਆਂਗੇ। ਮਗਰ ਕੰਮ ਨੁਕਸਾਨ ਕਿਹਦਾ ਹੋ ਜੂ? ਪੰਜਾਬ ਦਾ। ਜੇ ਗਵਰਨਰ ਸਾਹਿਬ ਹੁਣ ਲੈ ਕੇ ਬੈਠੇ ਰਹਿੰਦੇ, ਇਹਦੇ ਤੇ ਮਹੀਨਾ ਕੱਢ ਦੇਣ, 6 ਮਹੀਨੇ ਕੱਢ ਦੇਣ, ਕੱਲ ਮੋੜ ਦੇਣ, ਕੋਈ ਪਾਬੰਦੀ ਤਾਂ ਨਹੀਂ। ਉਸ ਤੋਂ ਬਾਅਦ ਰਾਸ਼ਟਰਪਤੀ ਕੋਲ ਬੈਠੇ। ਮਗਰ ਪੰਜਾਬ 'ਚ ਕੀ ਕਿਹੜਾ ਕਾਨੂੰਨ ਲਾਗੂ ਰਹੂਗਾ? ਦਿੱਲੀ ਵਾਲਾ।
ਅੱਜ ਨਰਿੰਦਰ ਤੋਮਰ ਕਹਿੰਦੇ ਕਿ ਰਿਵਿਊ ਕਰ ਰਹੇ ਹਾਂ ਸਾਹਿਬ ਨੇ ਕਿਹਾ ਪੰਜਾਬ ਭਵਨ ਦੇ ਵਿੱਚ ਨਰਿੰਦਰ ਤੋਮਰ ਜੀ ਨੂੰ ਸਵਾਲ, ਮੈਂ ਵੀ ਉਹ ਵੀਡੀਓ ਵੇਖੀ ਹੈ, ਨਰਿੰਦਰ ਤੋਮਰ ਜੀ ਨੂੰ ਸਵਾਲ ਹੀ ਨਹੀਂ ਸਮਝ ਆਇਆ। ਔਰ ਨਰਿੰਦਰ ਤੋਮਰ ਜੀ ਨੇ ਸ਼ੁਰੂ 'ਚ ਕੀ ਕਿਹਾ ਕਿ ਸਾਡੇ ਜਿਹੜੇ ਦਿੱਲੀ ਦੇ ਕਾਨੂੰਨ ਨੇ ਬਹੁਤ ਚੰਗੇ ਆ, ਇਹ ਕਿਹਾ। ਤੇ ਜੇ ਉਹ ਚੰਗੇ ਨੇ ਫਿਰ ਇਹਨਾਂ ਦਾ ਕੀ ਰਿਵਿਊ ਕਰਨਗੇ? ਕੱਖ ਨਹੀਂ। ਇਹ ਕੱਲਾ ਕੈਪਟਨ ਅਮਰਿੰਦਰ ਸਿੰਘ ਨੂੰ ਸਮਾਂ ਦਿੱਤਾ ਕਿ ਤੁਸੀਂ ਆਪ ਦਾ ਸਾਲ ਕੱਢ ਲਓ, ਸੌਖੇ ਵਧੀਆ ਕਢਾ ਦੇਣਗੇ। ਮੈਂ ਅੱਜ ਵੀ ਕਹਿਣਾ, ਜੇ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੇ ਲੋਕਾਂ ਪ੍ਰਤੀ ਸੀਰੀਅਸ ਨੇ, ਸੱਚੇ ਨੇ, ਵਾਕਈ ਕਿਸਾਨੀ ਦਾ ਭਲਾ ਮੰਗਦੇ, ਸੈਸ਼ਨ ਸੱਦਣ, ਬਿੱਲ ਪਬਲਿਕ ਡੋਮੇਨ 'ਚ ਰੱਖਣ, ਔਰ ਜਿਹੜਾ ਸਟੇਟ ਐਂਟਰੀ ਹੈ ਐਗਰੀਕਲਚਰ, ਉਹਦੇ ਤਹਿਤ ਪੰਜਾਬ ਨੂੰ ਮੰਡੀ ਸਾਰੇ ਨੂੰ ਐਲਾਨਣ ਕਿ ਪ੍ਰਾਈਵੇਟ ਮੰਡੀ ਦੀ ਕੋਈ ਗੁੰਜਾਇਸ਼ ਨਾ ਰਹਿ ਜਾਏ। MSP ਖਰੀਦ ਨੂੰ ਕੱਲੀ 2 ਫਸਲਾਂ ਤੇ ਨਹੀਂ, ਦੇਖੋ ਚੋਰ ਮੋਰੀ ਇਹਦੇ 'ਚ ਵੀ ਵੇਖੋ। ਦਿੱਲੀ ਵਾਲੇ ਕੀ ਕਹਿੰਦੇ ਕਿ ਅਸੀਂ ਕਣਕ ਤੇ ਝੋਨੇ ਦੀ ਖਰੀਦ ਜਾਰੀ ਰੱਖਾਂਗੇ, ਫਿਰ ਇਹਨੇ ਕੀ MSP ਇੰਸ਼ੋਰ ਕਰਨੀ? ਪੰਗਾ ਉਦੋਂ ਪੈਣਾ ਜਦੋਂ MSP ਹਟ ਜਾਣੀ ਆ, ਉਹਦੀ ਜ਼ਿੰਮੇਵਾਰੀ ਕੌਣ ਚੁੱਕਦਾ? ਉਹਦੀ ਕੋਈ ਗੱਲ ਨਹੀਂ। ਇਸ ਲਈ MSP ਕੱਲਾ ਝੋਨੇ ਕਣਕ ਨਹੀਂ, 22 ਫਸਲ ਨੇ ਜਿਹ 'ਚ ਮੱਕੀ ਵੀ ਆ, ਨਰਮਾ ਵੀ ਆ, ਹੋਰ ਵੀ ਆ, ਉਹਨਾਂ ਨੂੰ ਸਾਰਿਆਂ 'ਚ ਇੱਥੇ ਪਾਸ ਕਰੋ ਕਿ ਹਾਂ MSP ਤੋਂ ਕੋਈ ਘੱਟ ਖਰੀਦ ਪੰਜਾਬ ਨਹੀਂ ਹੋਣ ਦਊਗਾ। ਜੇ ਹਾਲਾਤ ਪੈਦਾ ਹੁੰਦੇ, ਕਿਸਾਨ ਦਾ ਨੁਕਸਾਨ ਪੰਜਾਬ ਨਹੀਂ ਹੋਣ ਦਊਗਾ, ਪੰਜਾਬ ਉਹ ਜ਼ਿੰਮੇਵਾਰੀ ਚੁੱਕੂਗਾ। ਮਗਰ ਨਹੀਂ, ਉਹ ਤਾਂ ਪਤਲੀ ਗਲੀ 'ਚੋਂ ਬਾਹਰ। ਡੂ ਯੂ ਐਕਚੁਅਲੀ ਤੁਸੀਂ ਦਿਲ ਤੇ ਹੱਥ ਰੱਖ ਕੇ ਕਹੋ ਕਿ ਕੋਈ ਇਹਨਾਂ ਦੇ ਹਾਲਾਤ ਇਹ ਜੇ ਬਣਨੇ ਆ ਕਿ ਇਹਨਾਂ ਨੂੰ ਅਸਤੀਫੇ ਦੇਣ ਦੀ ਲੋੜ ਆਊਗੀ? ਤਾਂ ਕੱਲੀ ਤੁਹਾਡੀ ਵਧੀਆ ਖਬਰ ਬਣਾਉਣ ਨੂੰ ਕਹਾਣੀ ਪਾਤੀ। ਫਿਕਸਡ ਮੈਚ ਤਾਂ ਚੱਲ ਰਿਹਾ, ਹੋ ਜੇ ਹਾਲਾਤ ਹੀ ਨਹੀਂ ਪੈਦਾ ਹੋਣੇ। ਮਤਲਬ ਇਹ ਤਾਂ ਭੰਬਲ। ਬਟ ਅਖੀਰ 'ਚ ਗੱਲ ਆਪਾਂ ਫੇਰ ਸ਼ੁਰੂ ਹੋ ਜਾਈਏ, ਕਾਲੇ ਕਾਨੂੰਨ ਤਾਂ ਉੱਥੇ ਦੇ ਉੱਥੇ ਹੀ ਰਹਿ ਗਏ, ਆਪਾਂ ਤਾਂ ਜ਼ੀਰੋ ਤੇ ਸੀ, ਜ਼ੀਰੋ ਤੇ ਹੀ ਰਹਿ ਗਏ। ਸੀਐਮ ਸਾਹਿਬ ਨੇ ਕਿਹਾ ਕਿ ਚਾਹੇ ਰਾਸ਼ਟਰਪਤੀ ਸ਼ਾਸਨ ਲੱਗ ਜਵੇ, ਜੋ ਮਰਜ਼ੀ ਕੇਂਦਰ ਕਰ ਲਵੇ, ਕਿਉਂ ਲੱਗੂਗਾ? ਕਿਸਾਨਾਂ ਦੇ ਨਾਲ ਖੜੇ ਨੇ ਤੇ ਖੜੇ ਹੀ ਰਹਿਣਗੇ। ਅਸੀਂ ਵੀ ਖੜੇ ਹਾਂ। ਉਹਨਾਂ ਨੇ ਕਿਹਾ, ਇੱਕ ਮਿੰਟ ਫੇਰ ਦੱਸਿਓ ਜੀ। ਉਹਨਾਂ ਨੇ ਪੰਜਾਬ ਭਵਨ ਦੇ ਵਿੱਚ ਹੁਣੇ ਹੀ ਕਿਹਾ ਹੈਗਾ ਵੀ ਚਾਹੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾ ਲਵੇ, ਸੈਂਟਰ ਗਵਰਨਮੈਂਟ ਜੋ ਮਰਜ਼ੀ ਕਰ ਲਵੇ, ਉਹ ਕਿਸਾਨਾਂ ਦੇ ਨਾਲ ਖੜੇ ਨੇ ਤੇ ਖੜੇ ਹੀ ਰਹਿਣਗੇ। ਮੇਰਾ ਵੀ ਇੱਕ ਮੇਰੀ ਬੇਨਤੀ ਸੁਣੋ, ਰਾਸ਼ਟਰਪਤੀ ਸ਼ਾਸਨ ਕਿਤੇ ਕਿਹਨੇ ਕਿਹਾ ਲੱਗ ਰਿਹਾ? ਔਰ ਕਿਸਾਨਾਂ ਨਾਲ ਜੇ ਖੜੇ ਹੁੰਦੇ ਨਾ ਤੇ ਫਿਰ ਪੰਜਾਬ ਮੰਡੀਕਰਨ APMC ਐਕਟ 1961 ਦੇ ਧਾਰਾ ਹੇਠ ਪੰਜਾਬ ਨੂੰ ਮੰਡੀ ਲਾਉਂਦੇ, ਔਰ ਐਗਰੀਕਲਚਰ ਜਿਹੜਾ ਸਟੇਟ ਸਬਜੈਕਟ ਸੀ, ਜਿਹ 'ਚ ਗਵਰਨਰ ਜਿਹੜੇ 'ਚ ਰਾਸ਼ਟਰਪਤੀ ਦੀ ਮਨਜ਼ੂਰੀ ਦੀ ਲੋੜ ਨਹੀਂ ਸੀ, ਉਸ ਐਕਟ ਥੱਲੇ ਕਾਨੂੰਨ ਬਣਾਉਂਦੇ। ਇਹ ਨਹੀਂ ਖੜੇ। ਪਰ ਰਾਸ਼ਟਰਪਤੀ ਸ਼ਾਸਨ ਦਾ ਸ਼ਬਦ ਕਿੱਥੋਂ ਆ ਗਿਆ? ਇਹ ਇਹਨਾਂ ਨੇ ਆਪ ਹੀ ਲਿਆਏ ਆ, ਇਹ ਨਾ ਮਾਹੌਲ ਬਣਾਉਣ ਲਈ। ਮੈਂ ਅਸਤੀਫਾ ਦੇ ਦੂੰ, ਅਸਤੀਫਾ ਤਾਂ ਇਹਨਾਂ ਦੇ MLA ਨੇ, ਹੋਰਾਂ ਨੇ ਵੀ ਦਿੱਤੇ ਆ। ਇੱਕ ਨੇ ਦਿੱਤੇ ਪੰਜਾਬ ਵਿਧਾਨ ਸਭਾ ਦੇ, ਸਾਰੇ ਕੱਲ ਉੱਥੇ ਭੰਗੜੇ ਪਾਉਂਦੇ ਫਿਰਦੇ ਸੀ। 7 MLA ਨੇ ਅਸਤੀਫੇ ਵਾਲੇ, ਔਰ ਇੱਕ ਇਹਨਾਂ ਦਾ ਹੀ ਸੀ। ਉੱਥੇ ਭਾਊ ਉੱਥੇ ਐਨ ਇਸ ਤਰ੍ਹਾਂ ਗੱਲ ਕਰਦਾ ਸੀ ਆਪਣੇ ਕਾਨੂੰਨਾਂ ਦੀ, ਜਿਵੇਂ ਮਤਲਬ ਇਤੋਂ ਗਾਂ ਦੀ ਕੋਈ ਇਤੋਂ ਨੈਤਿਕਤਾ ਤੇ ਪਾਠ ਹੋਣੀ ਇਕੱਲੇ ਨੇ ਸਿਖਾਉਣੇ ਸਭ ਨੂੰ। ਉਹੋ ਜਿਹਾ ਅਸਤੀਫਾ ਕੈਪਟਨ ਦਾ, ਉਹੋ ਜਿਹਾ ਅਸਤੀਫਾ ਉਹਨਾਂ ਦਾ। ਦੂਸਰਾ ਉਹਨਾਂ ਨੇ ਚੈਲੰਜ ਕੀਤਾ ਅਰਵਿੰਦ ਕੇਜਰੀਵਾਲ ਨੂੰ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਲੈ ਕੇ ਆਵੇ, ਰੈਜ਼ੋਲੂਸ਼ਨ ਲੈ ਕੇ ਆਵੇ ਕਿਸਾਨਾਂ ਦੇ ਹੱਕ 'ਚ। ਪੰਜਾਬ ਦੇ ਵਿੱਚ ਅਸੀਂ ਸਾਰੀਆਂ ਪਾਰਟੀਆਂ ਨੇ ਰੈਜ਼ੋਲੂਸ਼ਨ ਪਾਸ ਕਰਕੇ ਭੇਜਤਾ, ਜੇ ਵੱਡਾ ਮਸੀਹਾ ਹੈਗਾ ਤਾਂ ਦਿੱਲੀ ਦੇ ਵਿੱਚ ਵੀ ਪਾਸ ਕਰੇ। ਕਿਵੇਂ ਜੀ, ਕਿਵੇਂ? ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਕਿਹਾ ਕਿ ਜੇ ਕਿਸਾਨਾਂ ਦਾ ਇੰਨਾ ਹੀ ਹਮਦਰਦ ਹੈਗਾ ਤਾਂ ਦਿੱਲੀ ਵਿਧਾਨ ਸਭਾ 'ਚ ਪਾਸ ਕਰੇ। ਮਤਲਬ ਕਿ ਇੱਕ ਨੇ ਤਾਂ ਬਣਾਤਾ ਆਪਦੇ ਕਿਸਾਨਾਂ ਦਾ ਬੁੱਧੂ, ਹੁਣ ਦੂਜਾ ਵੀ ਬਣਾ ਦੇਵੇ। ਮਤਲਬ ਇਹੀ ਹੈ ਨਾ ਕਿ ਪੰਜਾਬ ਨੇ ਤਾਂ ਆਪਦੇ ਕਿਸਾਨਾਂ ਨੂੰ ਠੱਗ ਲਿਆ, ਪੰਜਾਬ ਦੀ ਕਾਂਗਰਸ ਦੀ ਸਰਕਾਰ ਨੇ, ਤੇ ਹੁਣ ਕੇਜਰੀਵਾਲ ਜਿਹੜਾ ਪਹਿਲਾਂ ਤੋਂ ਠੱਗੀ ਆਉਂਦਾ ਉਹ ਵੀ ਠੱਗ ਦੇਵੇ। ਉਹ ਕੈਪਟਨ ਕੇਜਰੀਵਾਲ ਸਾਹਿਬ ਨੇ ਤਾਂ ਪਹਿਲਾਂ ਵੀ ਕਿਹਾ ਸੀ ਕਿ ਮੈਂ C2 + 50% ਦਊਂ। ਇੱਕ ਖਬਰ ਲੱਗੀ ਆ RTI ਇਨਫੋਰਮੇਸ਼ਨ ਤੇ ਕਿ ਸਿਰਫ 6 ਕਿਸਾਨ ਹੈ 22,000 ਕਿਸਾਨਾਂ ਚੋਂ, ਸ਼ੇਖਰ ਗੁਪਤਾ ਜੀ ਦੀ ਖਬਰ ਹੈ, ਜਿਸ 'ਚ ਸਿਰਫ 6 ਕਿਸਾਨਾਂ ਨੂੰ C2 + 50% ਮਿਲਿਆ। 99.9% ਕਿਸਾਨਾਂ ਨੂੰ ਉਹਦਾ ਫਾਇਦਾ ਨਹੀਂ ਮਿਲਿਆ ਦਿੱਲੀ 'ਚ। ਔਰ ਉਹੀ ਜਿਵੇਂ ਉਹ ਠੱਗਦਾ ਦਿੱਲੀ 'ਚ ਬੈਠੇ ਕਿਸਾਨਾਂ ਨੂੰ, ਉਹ ਠੱਗੀ ਕੈਪਟਨ ਸਾਹਿਬ ਮਾਰ। ਔਰ ਦੂਜੀ ਗੱਲ, ਇੱਕ ਗੱਲ ਮੈਨੂੰ ਦਿਲ 'ਚ ਹੱਥ ਰੱਖ ਕੇ ਸਮਝਿਓ ਕਿ ਤੁਸੀਂ ਸਮਝਦੇ ਹੋ ਕਿ ਦਿੱਲੀ 'ਚ ਆਪਾਂ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਨਹੀਂ ਚੱਲ ਰਿਹਾ। ਚੱਲ ਤਾਂ ਮੋਦੀ ਦੀ ਮਰਜ਼ੀ ਰਹਿੰਦੀ ਹੈ, ਤਾਂ ਵਿਚਾਰਾ ਲੱਭਦੇ ਕੋਈ ਇਹਨਾਂ 'ਚੋਂ।
ਮਜੀਠੀਆ ਸਾਹਿਬ ਕੱਲ ਜਦੋਂ ਪੀਸੀ ਹੁੰਦੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਢਿੱਲੋਂ ਸਾਹਿਬ ਖੜੇ ਹੁੰਦੇ ਆ, ਢਿੱਲੋਂ ਸਾਹਿਬ ਦਾ ਜੋ ਕੱਲ ਦਾ ਬਿਆਨ ਸੀ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਜੋ ਬਿੱਲ ਲਿਆਂਦੇ ਆ ਉਹਨੂੰ ਇਨ ਬਿਨ ਸਮਰਥਨ ਦਿੱਤਾ। ਮੈਂ ਹੁਣ ਵੀ ਕਹਿਣਾ ਉਹ ਗੱਲ, ਮੈਂ ਹੁਣ ਵੀ ਕਹਿਣਾ, ਅਸੀਂ ਜੇ ਫਰਜ਼ ਕੀਤਾ ਉੱਥੇ ਅਸੀਂ ਮੁਖਾਲਫਤ ਕਰਦੇ, ਅਸੀਂ ਕਿਸਾਨੀ ਦੇ ਹੱਕ 'ਚ ਖੜੇ ਆ, ਚਾਹੇ ਲੰਗੜਾ ਲੂਲਾ ਸੀ ਬਿੱਲ ਰੈਜੂਲੇਸ਼ਨ, ਲੇਕਿਨ ਅਸੀਂ ਅੱਜ ਵੀ ਖੜੇ ਆ। ਕੱਲ ਨੂੰ ਵੀ ਜੇ ਕੋਈ ਉੱਥੇ ਲੈ ਕੇ ਆਉਣਗੇ ਰੈਜੂਲੇਸ਼ਨ ਜਾਂ ਕੋਈ ਬਿੱਲ ਲੈ ਕੇ ਆਉਣਗੇ, ਅਸੀਂ ਕੱਲ ਨੂੰ ਵੀ ਖੜਾਂਗੇ। ਅਸੀਂ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਨਹੀਂ ਹੋਣ ਦੇਣਾ। ਲੇਕਿਨ ਅਸੀਂ ਜੋ ਮਜੀਠੀਆ ਸਾਹਿਬ ਨੇ ਕਿਹਾ, ਜੇ ਕਿਸੇ ਤਰੀਕੇ ਨਾਲ ਹੋਰ ਮਜ਼ਬੂਤੀਆਂ ਲੈਣ ਦੇ ਜਿਹੜਾ ਰਾਸ਼ਟਰਪਤੀ ਦੇ ਕੋਲ ਜਾਂ ਗਵਰਨਰ ਕੋਲ ਜਾਣ ਦੀ ਲੋੜ ਹੀ ਨਾ ਪਵੇ, ਉਹ ਬੈਟਰ ਹੁੰਦਾ। ਸੇਮ ਚੀਜ਼ ਆਮ ਆਦਮੀ ਪਾਰਟੀ ਨੇ ਕੀਤੀ ਕੱਲ, ਆਮ ਆਦਮੀ ਪਾਰਟੀ ਨਾਲ ਸੀ, ਅੱਜ ਉਹ ਕਹਿ ਰਹੇ ਨੇ ਕਿ ਜੀ ਇਹ ਕੁਝ ਨਹੀਂ, ਕੱਖ ਨਹੀਂ ਹੋਇਆ। ਸੇਮ ਚੀਜ਼ ਤੁਸੀਂ ਵੀ ਕੱਲ ਨਾਲ ਸੀ, ਅੱਜ ਤੁਸੀਂ ਕਹਿ ਰਹੇ ਹੋ ਕੱਖ ਨਹੀਂ ਹੋਇਆ। ਪਬਲਿਕ ਕੀ ਮੈਸੇਜ ਆ ਰਿਹਾ? ਇੱਕ ਨਾ ਕਾਈਂਡਲੀ ਮੇਰੇ ਯਾਰ ਇੱਕ ਮਿੰਟ ਦੇਖੋ, ਇੱਕ ਨਾ ਜੋ ਮੈਂ ਹਾਊਸ 'ਚ ਕਿਹਾ ਤਦੇ ਮੈਂ ਗੱਲ ਸ਼ੁਰੂ ਕੀਤੀ ਕਿ ਸਾਡਾ ਜਨਤਕ ਕਰੋ ਜੀ, ਔਰ ਮੈਂ ਕੱਲ ਵੀ ਇਹੀ ਗੱਲ ਕਹੀ ਆ, ਕਾਈਂਡਲੀ ਮੇਰਾ ਕੱਢ ਲਿਓ। ਕੱਲ ਵੀ ਮੈਂ ਨਾਲ ਖੜਾ ਹੋ ਕੇ ਰਾਜੀ ਨਹੀਂ ਸੀ, ਮੇਰੀ ਜਿੰਨੀਆਂ ਮਰਜ਼ੀ ਫੋਟੋਆਂ ਕੱਢ ਲਓ, ਮੈਂ ਪਾਸੇ ਖਲੋ ਕੇ ਰਾਜੀ ਸੀ। ਔਰ ਮੈਂ ਬਾਰ-ਬਾਰ ਕਹਿ ਦਿਆਂ, ਕਿਸਾਨੀ ਮੁੱਦੇ ਤੇ ਦਿੱਲੀ ਦੇ ਖਿਲਾਫ ਲੜਾਈ 'ਚ ਅਸੀਂ ਇਕੱਠੇ ਆ, ਮਗਰ ਜੋ ਪੰਜਾਬ ਸਰਕਾਰ ਨੇ ਜਿਸ ਤਰੀਕੇ ਦੇ ਬਿੱਲ ਲੈ ਕੇ ਆਈ ਔਰ ਜੋ ਐਕਟ ਬਣਾਉਣ ਦੀ ਹੈ, ਇਹ ਦਿੱਲੀ ਦੀ ਮਦਦ ਤੇ ਐਕਟ ਬਣਨਾ ਹੀ ਨਹੀਂ। ਜਦੋਂ ਮੈਂ ਬਾਰ-ਬਾਰ ਕਹਿ ਰਿਹਾ, ਮੇਰਾ ਵੀ ਪਲੀਜ਼ ਅੰਡਰਸਟੈਂਡ, ਐਗਰੀਕਲਚਰ ਤੇ ਅਸੀਂ ਬਾਰ-ਬਾਰ ਸਾਡਾ ਬਿੱਲ ਮੂਵ ਹੋਇਆ ਪ੍ਰਾਈਵੇਟ ਮੈਂਬਰ ਬਿੱਲ, ਵਾਟ ਇਜ਼ ਦੈਟ ਕਿ ਸਾਰੇ ਪੰਜਾਬ ਨੂੰ ਮੰਡੀ ਐਲਾਨੋ। ਉਹ ਕਿਉਂ? ਕਿਉਂਕਿ ਉਹ ਪੰਜਾਬ ਨੇ ਐਲਾਨੀ, ਉਹ 'ਚ ਦਿੱਲੀ ਦਾ ਕੋਈ ਦਖਲ ਨਹੀਂ। ਉਹ ਕਿਉਂ ਨਹੀਂ ਕੀਤਾ? ਕੱਲ ਜਦੋਂ ਸਾਰੇ ਦਲ ਇਕੱਠੇ ਹੋ ਕੇ ਗਏ, ਇਹਨੂੰ ਕੀ ਸ਼ਬਦ, ਇੱਕ ਸ਼ਬਦ ਇਹਨੂੰ ਕੀ ਨਾਂ ਦੋਗੇ? ਡਰਾਮੇਬਾਜ਼ੀ? ਨੋ, ਅਸੀਂ ਡਰਾਮੇਬਾਜ਼ੀ ਨਹੀਂ ਕਹਿੰਦੇ, ਬਿਲਕੁਲ ਨਹੀਂ ਡਰਾਮੇਬਾਜ਼ੀ, ਪੰਜਾਬ ਦੀ ਏਕਤਾ ਬਿਲਕੁਲ ਡਰਾਮੇਬਾਜ਼ੀ ਨਹੀਂ ਹੈ। ਅਸੀਂ ਕਿਸਾਨੀ ਦੇ ਨਾਲ ਖੜੇ ਆ। ਕੱਲ ਨੂੰ ਸਾਨੂੰ ਫਰਜ਼ ਕੀਤਾ ਗਵਰਨਰ ਸਾਈਨ ਕਰ ਦਿੰਦਾ, ਜੇ ਜਦ ਕੇ ਹੋਣੇ ਨਹੀਂ, ਫੇਰ ਕੀ ਅਸੀਂ ਗੁਨਾਹਗਾਰ ਨਾ ਸਮਝਦੇ? ਅਸੀਂ ਦੱਬ ਕੇ ਖੜੇ ਆ ਕਿਸਾਨੀ ਦੇ ਨਾਲ। ਇੱਕ ਮੈਂ ਤੁਹਾਨੂੰ ਬੇਨਤੀ ਕਰਾਂ ਜੀ, ਅਸਲ 'ਚ ਤੁਸੀਂ ਅੰਦਰ ਸੀ ਨਹੀਂ, ਜਾਂ ਤਾਂ ਅਗਲੀ ਵਾਰੀ ਕੋਸ਼ਿਸ਼ ਕਰਿਓ ਕਿ ਤੁਹਾਨੂੰ ਵੀ ਆਉਣ ਦੇਣ ਦੀ। ਅੰਦਰ ਗੱਲ ਬੜੀ ਕਲੀਅਰਲੀ ਚੱਲੀ ਹੈ ਕਿ ਇਹ ਪਾਸ ਨਹੀਂ ਹੋਣੇ। ਤੁਸੀਂ ਜੋ ਕਰ ਰਹੇ ਹੋ, ਕਾਲੇ ਕਾਨੂੰਨ ਰੱਦ ਕਰ ਰਹੇ, ਰੈਜ਼ੋਲੂਸ਼ਨ ਵੀ ਇੱਕ, ਡੋਂਟ ਰੀਡ, ਇੱਕ ਚੀਜ਼ ਪੜ੍ਹ ਲੈਂਦੇ ਹੋ, ਤੀਜੀ ਚੀਜ਼ ਨਹੀਂ ਪੜ੍ਹਦੇ। ਰੈਜ਼ੋਲੂਸ਼ਨ 'ਚ ਅਸੀਂ ਨਾਲ ਹਾਂ, ਮਗਰ ਰੈਜ਼ੋਲੂਸ਼ਨ ਦਾ ਮਾਇਨਾ ਕੀ ਹੈ? ਹਾਓ ਰੈਜ਼ੋਲੂਸ਼ਨ ਨੇ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਬਦਲਣਾ ਹੈ? ਨਹੀਂ ਬਦਲ ਸਕਦੇ। ਬਦਲਣਾ ਸੀਗਾ ਪੰਜਾਬ ਨੂੰ ਮੰਡੀ ਐਲਾਨਣਾ, ਸਟੇਟ ਸਬਜੈਕਟ ਨੂੰ ਡੀਲ ਕਰਨਾ। ਇਸ ਲਈ ਅੰਦਰ ਇਹ ਗੱਲਾਂ ਉਠਾਈਆਂ ਗਈਆਂ ਨੇ, ਔਰ ਇਹਨਾਂ ਦੇ ਆਹੀ ਲਫ਼ਜ਼ ਜੋ ਇਹਨਾਂ ਨੇ ਖਟਕਰ ਕਲਾਂ ਬੋਲੇ ਆ, ਉਹ ਸੁਣਾਏ ਗਏ ਕਿ ਇਹ ਸਾਡੇ ਨਹੀਂ, ਇਹ ਤੁਹਾਡੇ ਲਫ਼ਜ਼ ਨੇ ਕਿ ਵਿਧਾਨ ਸਭਾ ਕੁਝ ਨਹੀਂ ਕਰ ਸਕਦੀ। ਕਿਉਂ ਲੋਕਾਂ ਨੂੰ ਮੂਰਖ ਬਣਾ ਰਹੇ ਹੋ? ਔਰ ਮੇਰਾ ਅਗਲੀ ਗੱਲ ਉੱਥੇ ਕਿ ਕੈਪਟਨ ਅਮਰਿੰਦਰ ਸਿੰਘ ਜੀ, ਆਪਾਂ ਜੋ ਮਰਜ਼ੀ ਕਰ ਲਈ ਅੰਦਰ, ਲੋਕਾਂ ਨੇ ਸਾਨੂੰ ਬਾਹਰ ਜਾ ਕੇ ਸਵਾਲ ਕਰਨਾ, ਮਗਰ ਕਿਉਂਕਿ ਮੈਸੇਜ ਕਿਸਾਨੀ ਤੇ ਸੀ ਕਿ ਕਿਸਾਨੀ ਦਾ ਨੁਕਸਾਨ ਨਾ ਹੋਵੇ, ਔਰ ਜੋ ਬਿੱਲ 'ਚ ਤਬਦੀਲੀ ਸਿਰਫ ਸਟੇਟ ਗਵਰਨਮੈਂਟ ਨੇ ਕਰਨੀ ਸੀ, ਅਸੀਂ ਨਹੀਂ ਕਰ ਸਕਦੇ ਸੀ। ਅਸੀਂ ਮੰਗ ਰੱਖ ਸਕਦੇ ਸੀ, ਮਗਰ ਉਹ ਤਬਦੀਲੀ ਪੰਜਾਬ ਦੀ ਕਾਂਗਰਸ ਸਰਕਾਰ ਲਿਆਉਣ ਤੋਂ ਭੱਜ ਗਈ, MSP ਤੇ ਵੀ ਔਰ ਪੰਜਾਬ ਨੂੰ ਮੰਡੀ ਐਲਾਨਣ ਤੇ ਵੀ। ਇਹ ਰੂਲਿੰਗ ਪਾਰਟੀ ਦਾ ਕੰਮ ਸੀ, ਆਪੋਜੀਸ਼ਨ ਸੁਜੈਸ਼ਨ ਦੇ ਸਕਦਾ ਸੀ ਜੋ ਅੰਦਰ ਦਿੱਤੇ ਗਏ। ਇੱਕ ਮਿੰਟ ਮੈਂ ਜਵਾਬ ਦੇਣਾ ਚਾਹੁੰਦਾ। ਦੇਖੋ, ਅਸੀਂ ਜਿਹੜੇ ਕੱਲ ਸੀ, ਇਹ ਡਰਾਮਾਬਾਜ਼ੀ ਉਹਨਾਂ ਨੇ ਭਲਾ ਕੀਤਾ ਹੋਵੇ, ਅਸੀਂ ਡਰਾਮਾ ਨਹੀਂ ਕੀਤਾ। ਅਸੀਂ ਕਹਿੰਦੇ ਹਾਂ ਜਦ ਤੁਹਾਡੇ ਨਾਲ ਅਸੀਂ ਖੜੇ ਆ, ਵਿਧਾਨ ਸਭਾ 'ਚ ਵੀ ਖੜੇ, ਅਸੀਂ ਗਵਰਨਰ ਦੇ ਕੋਲ ਵੀ ਗਏ, ਅਸੀਂ ਰਾਸ਼ਟਰਪਤੀ ਕੋਲ ਵੀ ਜਾਣ ਨੂੰ ਤਿਆਰ ਹਾਂ। ਜਦ ਇੱਥੇ ਤੱਕ ਸਾਰਾ ਕੀਤਾ, ਕੋਈ ਤਰੀਕਾ ਲੱਭੋ, ਇਹ ਗੱਲ ਨੂੰ ਸਿਰੇ ਲਾਓ, ਇਹ ਗੱਲ ਨੂੰ ਸਿਰੇ ਲਾਓ। ਮੈਂ ਇੱਕ ਗੱਲ ਤੁਹਾਨੂੰ ਰਿਪੀਟ ਕਰ ਦਿਆਂ ਜੀ, ਜਿਹੜਾ ਤੁਸੀਂ ਕੈਪਟਨ ਅਮਰਿੰਦਰ ਸਿੰਘ, ਤੁਹਾਡੇ ਦੇਖੋ ਖਬਰ ਅੱਜ ਉਹਨਾਂ ਨੇ ਕੀ ਬਣਾਉਣ ਦੀ ਕੋਸ਼ਿਸ਼ ਕੀਤੀ, ਦੋ ਗੱਲਾਂ ਜਿਹ 'ਚ ਹੈ ਹੀ ਕੁਛ ਨਹੀਂ, ਟੂ ਡੀਰੇਲ ਪੰਜਾਬ ਦੇ ਸੰਘਰਸ਼ ਨੂੰ, ਪੰਜਾਬ ਦੀ ਕਿਸਾਨੀ ਦੇ ਲੜਾਈ ਨੂੰ ਡੀਰੇਲ ਕਰਨ ਵਾਸਤੇ ਇੱਕ ਗੱਲ ਕਹਿਤੀ, ਰਾਸ਼ਟਰਪਤੀ ਸ਼ਾਸਨ ਲੱਗ ਰਿਹਾ। ਕਿਸੇ ਨੇ ਕਿਹਾ ਜੀ? ਕੋਈ ਖਬਰ ਹੈ ਕਿ ਲੱਗ ਰਿਹਾ? ਇੱਕ ਗੱਲ ਕਹਿਤੀ, ਮੇਰੇ ਜੇਬ 'ਚ ਅਸਤੀਫਾ ਹੈ। ਅੱਗੇ ਦਿੱਲੀ ਪੰਜਾਬ ਨੂੰ ਮੈਂ ਫਿਕਸਡ ਮੈਚ ਦੀ ਜਿਹੜੀ ਗੱਲ ਕਰ ਰਿਹਾ, ਪੰਜਾਬ ਨੂੰ ਚਲਾ ਕੌਣ ਰਿਹਾ? ਅੱਗੇ ਦਿੱਲੀ ਵਾਲੇ ਚਲਾ ਰਹੇ। ਮਤਲਬ ਕੋਈ ਗਰਾਊਂਡ 'ਚ ਕੀ ਤਬਦੀਲੀ 'ਚ ਫਰਕ ਹੈ? ਉੱਥੇ ਖੜੀ ਹੈ। ਰਾਸ਼ਟਰਪਤੀ ਰਾਜ ਤਾਂ ਅੱਗੇ ਚੱਲ ਰਿਹਾ ਪੰਜਾਬ 'ਚ, ਜੋ ਦਿੱਲੀ ਕਹਿੰਦੀ ਉਹ ਲਾਗੂ ਕਰ ਦਿੰਦੇ। ਜਿਹੜੇ ਕਿਸਾਨ ਹੈਗੇ ਨੇ, ਚਾਹੇ ਉਹ ਮੱਕੀ ਵਾਲੇ ਨੇ, ਕਪਾਹ ਵਾਲੇ ਨੇ ਜਾਂ ਦੂਸਰੇ ਕਾਸ਼ਤਕਾਰ ਨੇ, ਉਹ ਕਹਿੰਦੇ ਨੇ ਪਹਿਲਾਂ ਸਾਡੇ ਨਾਲ ਕੇਂਦਰ ਨੇ ਵੀ ਧੋਖਾ ਕਰਤਾ, ਪੰਜਾਬ ਨੇ ਵੀ ਧੋਖਾ ਕਰਤਾ। ਕੱਲ ਸਾਡੀ ਆਵਾਜ਼
ਕੋਈ ਨਹੀਂ ਬਣ ਸਕਿਆ। ਤੁਸੀਂ ਨਾ ਰਿਕਾਰਡ ਕੱਢ ਲਓ, ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਸਪਸ਼ਟ ਉਠਾਇਆ ਕਿ 4 ਵੱਡੀਆਂ ਫਸਲਾਂ ਨੇ, ਕਣਕ, ਝੋਨਾ ਜਿੱਤੇ ਐਮਐਸਪੀ ਸੈਂਟਰ ਦੇ ਰਹੀ ਹੈ, ਮੱਕੀ ਤੇ ਆਪਣਾ ਨਰਮਾ ਜਿਹ 'ਚ ਐਮਐਸਪੀ ਅਨਾਉਂਸਡ ਹੈ ਮਗਰ ਉਹ ਤੋਂ ਘੱਟ ਰੇਟ ਤੇ ਵਿਕ ਰਹੀ ਹੈ, ਇਹ ਇੰਸ਼ੋਰ ਕਰੋ ਔਰ ਬਾਕੀ 22 ਫਸਲਾਂ ਵੀ ਇੰਸ਼ੋਰ ਕਰੋ। ਜਿਹਦਾ ਜਵਾਬ ਸਰਕਾਰ ਦੇਣਾ ਕਿਹਨੇ ਯਾਰ? ਜਵਾਬ ਜਾਂ ਸੈਂਟਰ ਦੀ ਸਰਕਾਰ ਨੇ ਜਾਂ ਸੂਬੇ ਦੀ ਸਰਕਾਰ। ਸਰਕਾਰਾਂ ਤਾਂ ਹਿੰਦੁਸਤਾਨ 'ਚ ਦੋ ਹੀ ਚੱਲਦੀਆਂ ਨੇ, ਸੂਬੇ ਦੀ ਤੇ ਸੈਂਟਰ ਦੀ, ਤੇ ਉਹ ਤਾਂ ਜੋ ਸੈਂਟਰ ਨੇ ਹੱਥ ਖੜੇ ਕਰਤੇ, ਸੂਬਾ ਭੱਜ ਗਿਆ। ਤੁਸੀਂ ਐਮਐਸਪੀ ਦੀ ਗੱਲ ਕਰ ਰਹੇ ਸੀਗੇ ਤੇ ਏਪੀਐਮਸੀ ਐਕਟ ਦੀ ਵੀ ਲਗਾਤਾਰ ਗੱਲ ਕਰ ਰਹੇ ਹੋ। ਤੁਸੀਂ 10 ਸਾਲ ਸਰਕਾਰ ਦੇ ਵਿੱਚ ਕਾਬਜ਼ ਰਹੇ ਹੋ, ਤੁਹਾਨੂੰ ਲੱਗਦਾ ਕਿ ਪੰਜਾਬ ਉਹਨਾਂ ਹਾਲਾਤਾਂ ਦੇ ਵਿੱਚ ਹੈਗਾ? ਪ੍ਰੈਕਟੀਕਲੀ ਦੱਸੋ ਕਿ ਉਹਨਾਂ ਹਾਲਾਤਾਂ ਦੇ ਵਿੱਚ ਕੱਲ ਨੂੰ ਕੇਂਦਰ ਦੀਆਂ ਏਜੰਸੀਆਂ ਖਰੀਦ ਬੰਦ ਕਰ ਦਿੰਦੀਆਂ ਤੇ ਪੰਜਾਬ ਉਸ ਕੈਪੇਬਲ ਉਸ ਕੈਪੈਸਿਟੀ ਹੈਗਾ ਕਿ ਸਾਰੀ ਫਸਲ ਜਿਹੜੀ ਪੰਜਾਬ ਦੀ ਉਹ ਖਰੀਦ ਸਕਦੇ ਆ ਜੇ ਸੀਸੀਐਲ ਲਿਮਿਟ ਨਹੀਂ ਹੋਊਗੀ? ਇਸ ਤਰ੍ਹਾਂ ਜੀ, ਜੇ ਪੰਜਾਬ ਦੇ ਲੋਕਾਂ ਦੀ ਮੰਗ ਕੀ ਹੈ ਔਰ ਪੰਜਾਬ ਦੇ ਲੋਕਾਂ ਦੇ ਇੰਟਰਸਟ ਸੇਫਗਾਰਡ ਕਿਹਨੇ ਕਰਨੇ ਆ? ਸਰਕਾਰਾਂ ਨੇ। ਸਰਕਾਰ ਨੂੰ ਉਹ ਤਬਦੀਲੀ ਲਿਆ ਕੇ ਉਹ ਸੇਫਗਾਰਡ ਪੰਜਾਬ ਦੇ ਇੰਟਰਸਟ ਨੂੰ ਕਰਨਾ ਪੈਣਾ। ਜਿਹੜਾ ਨਹੀਂ ਕਰ ਸਕਦਾ ਫਿਰ ਉਹ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਨਾ ਬੁਝਾਵੇ ਤੇ ਫਿਰ ਆਵੇ ਬਾਹਰ। ਬੇਵਕੂਫ ਨਾ ਬਣਾਓ ਪੰਜਾਬ ਦੇ ਲੋਕਾਂ ਦਾ। ਐਂਡ ਆਫ ਦਾ ਡੇ ਪੰਜਾਬ ਦੇ ਲੋਕਾਂ ਦੀ ਡਿਮਾਂਡ ਕੀ ਹੈ ਬ੍ਰਦਰ? ਔਨ ਦਾ ਗਰਾਊਂਡ ਡਿਮਾਂਡ ਹੈ ਪ੍ਰਾਈਵੇਟਾਈਜੇਸ਼ਨ ਨਾ ਹੋਵੇ, ਕਾਰਪੋਰੇਟਾਈਜੇਸ਼ਨ ਨਾ ਹੋਵੇ, ਪ੍ਰਾਈਵੇਟ ਮੰਡੀ ਨਾ ਖੋਲੇ, ਐਮਐਸਪੀ ਜਾਰੀ ਰਵੇ। ਜੇ ਪੰਜਾਬ ਦੀ ਸਰਕਾਰ ਉਹ ਕਿਸੇ ਕਦਮ 'ਚ ਯੋਗਦਾਨ ਨਹੀਂ ਪਾ ਸਕਦੀ ਫਿਰ ਉਹ ਸਰਕਾਰ ਕੋ ਹੋਣ ਦੇ ਲਾਇਕ ਨਹੀਂ, ਸਰਕਾਰ 'ਚ ਰਹਿਣ ਦੇ ਲਾਇਕ ਨਹੀਂ। ਬਿਲਕੁਲ, ਜੇ ਸਰਕਾਰ ਦੀ ਮਨਸ਼ਾ ਸਾਫ਼ ਹੋਵੇ ਬਿਲਕੁਲ ਹੈ, ਰਾਹ ਨਿਕਲਿਆ, ਹਰ ਚੀਜ਼ ਦਾ ਰਾਹ ਨਿਕਲਿਆ। ਐ ਤਾਂ ਪਹਿਲਾਂ ਸੀਗਾ ਕਿ ਫ੍ਰੀ ਬਿਜਲੀ ਨਹੀਂ ਦੇ ਸਕਦੇ, ਕਿੰਨੇ ਸਾਲਾਂ ਤੋਂ ਚੱਲ ਰਹੀ ਹੈ। ਫਿਰ ਸੀਗਾ ਕਿ ਆਟਾ ਦਾਲ ਨਹੀਂ ਦੇ ਸਕਦੇ, ਕਿੰਨੇ ਸਾਲਾਂ ਤੋਂ ਚੱਲ ਰਹੀ ਹੈ। ਫਿਰ ਸੀਗਾ ਕਿ ਪੈਨਸ਼ਨ ਨਹੀਂ ਦੇ ਸਕਦੇ, ਕਿੰਨੇ ਸਾਲਾਂ ਤੋਂ ਚੱਲ ਰਹੀ ਹੈ। ਜਦੋਂ ਵੀ ਕੋਈ ਨਵੀਂ ਸਕੀਮ ਸ਼ੁਰੂ ਹੁੰਦੀ ਹੈ ਪਹਿਲਾਂ ਇਹੀ ਹੁੰਦਾ ਕਿ ਦਿਸ ਇਜ਼ ਨਾਟ ਪੋਸੀਬਲ, ਮਗਰ ਅੱਜ ਤੱਕ ਉਹ ਚੱਲੀਆਂ ਨੇ। ਸਟੇਟ ਗੁੱਡ ਲੀਡਰਸ਼ਿਪ, ਏਬਲ ਲੀਡਰਸ਼ਿਪ ਹੈਜ਼ ਟੂ ਰਿਸਪੌਂਡ ਟੂ ਪੀਪਲਸ ਡਿਮਾਂਡ, ਪੀਪਲਸ ਐਸਪੀਰੇਸ਼ਨ। ਜਿਹੜਾ ਡਿਮਾਂਡ ਕਰੂਗਾ ਉਸ ਮੀਟ ਕਰੂਗਾ ਐਸਪੀਰੇਸ਼ਨ ਨੂੰ, ਉਹ ਸਰਕਾਰ 'ਚ ਰਹੂਗਾ, ਦੂਜਾ ਨਹੀਂ ਰਹੂਗਾ। ਗੇਮ ਨਹੀਂ ਖੇਡ ਸਕਦੇ ਤੁਸੀਂ। ਸੋਚ ਵਾਲੀ ਗੱਲ ਜਿਹੜੀ ਉਠਾਈ ਉਹ ਵੀ ਕਰ ਲਓ ਅੱਜ। ਅੱਛਾ ਸੌਰੀ, ਇੱਕ ਲਾਸਟ ਗੱਲ ਮੈਂ ਦੱਸ ਦਿਆਂ, ਆਊਟ ਆਫ ਦਾ ਮੁੱਦੇ ਤੋਂ ਮੈਂ ਜਾ ਕੇ ਗੱਲ ਕਰ ਰਿਹਾ ਕਿਉਂਕਿ ਇੰਪੋਰਟੈਂਟ ਹੈ। ਦੇਖੋ ਐਡੀਆਂ ਵੱਡੀਆਂ ਵੱਡੀਆਂ ਖਬਰਾਂ ਲੱਗੀਆਂ ਨੇ ਧਰਮਸੋਤ ਸਾਹਿਬ ਬਾਰੇ। ਆ ਪੁੱਛ ਹੀ ਲੈਣਾ ਸੀ ਯਾਰ, ਫਿਰ ਪੁੱਛ ਲੈ ਮੇਰਾ ਵੀ ਹਾਲ। ਧਰਮਸੋਤ ਸਾਹਿਬ ਦੀ ਕੈਪਟਨ ਸਾਹਿਬ ਇਹਨੂੰ ਦੇਖ ਕੇ ਬੜਾ ਭੜਕੇ ਜੀ। ਅਸੀਂ ਅੰਦਰ ਜੀ ਰੌਲਾ ਪੈ ਗਿਆ, ਗਲੀ ਗਲੀ में शोर है, साधु कैप्टन ਦਾ कैप्टन गली गली में शोर है, कैप्टन ਦਾ ਸਾਧੂ ਚੋਰ। ਇਹ ਗੱਲ ਦਾ ਨਾਰਾ ਲੱਗ ਗਿਆ ਜੀ ਅੰਦਰ। ਉਹ ਦੂਜਾ ਵੀ ਵਿਖਾ ਦਿਓ, ਉਹ ਦੂਜਾ ਵੀ ਵਿਖਾਇਓ। ਇੱਕ ਮਿੰਟ ਜੀ, ਇੱਕ ਮਿੰਟ ਮੈਂ ਦੱਸ ਦੇਣਾ ਇਹਦੀ ਕਹਾਣੀ। ਇਹ ਜਦ ਅੰਦਰ ਰੌਲਾ ਪੈ ਗਿਆ, ਟੀਨੂ ਜੀ ਨੇ ਵੀ ਉਠਾਇਆ, ਸਾਡੇ ਬਾਕੀ ਮੈਂਬਰ ਸਾਹਿਬਾਨਾਂ ਨੇ ਵੀ ਉਠਾਏ। ਆਹ ਦੇਖੋ, ਕੈਪਟਨ ਸਾਹਿਬ ਨੂੰ ਜੋਸ਼ ਚੜਿਆ ਤੇ ਕੈਪਟਨ ਸਾਹਿਬ ਉੱਠ ਗਏ। ਦੂਜਾ ਸਵਾਲ ਹੋਇਆ ਇੱਕ ਉਹ ਜਿਹੜੀ ਜ਼ਮੀਨਾਂ ਦਾ, ਸ਼ਾਮਲਾਟ ਜ਼ਮੀਨ ਨੂਰਪੁਰ ਬੇਦੀ 'ਚ, ਕਿ ਉਹਦੇ 'ਚ ਵੀ 90,000 ਦਾ ਸਰਕਲ ਰੇਟ ਹੈ, ਜ਼ਮੀਨ 9,90,000 ਦੀ ਵਿਕ ਰਹੀ ਹੈ। ਔਰ ਮੈਂ ਕਹੀ ਇਹ ਗੱਲ, ਮੈਂ ਸਪੀਕਰ ਸਾਹਿਬ, ਕਾਂਗਰਸ ਦੇ ਕਈ ਇਹ ਜੇ ਸਾਧੂ ਚੰਗੇ ਹੁੰਦੇ ਆ, ਮਗਰ ਜਿਹੜਾ ਕਾਂਗਰਸ ਦਾ ਇੱਕ ਸਾਧੂ ਆ ਉਹ ਤੁਹਾਡੇ ਨੂਰਪੁਰ ਬੇਦੀ 'ਚ ਵੀ ਜ਼ਮੀਨਾਂ ਰੱਪੀ ਜਾਂਦਾ। ਸਪੀਕਰ ਸਾਹਿਬ ਵੀ ਸਹਿਮਤ ਹੋ ਗਏ, ਮਗਰ ਕੈਪਟਨ ਸਾਹਿਬ ਨੂੰ ਪਤਾ ਨਹੀਂ ਕੀ ਜੋਸ਼ ਚੜਿਆ। ਕਹਿੰਦਾ ਜੀ ਅਸੀਂ ਇਹ ਇਨਕੁਆਇਰੀ ਵੀ ਕਰਾ ਲਈਏ, ਖਬਰ ਤਾਂ 19 ਦੀ ਆ। ਕਹਿੰਦੇ ਅਸੀਂ ਇਨਕੁਆਇਰੀ ਕਰਾ ਲਈ, ਸਾਧੂ ਸਿੰਘ ਦਾ ਕੋਈ ਦੋਸ਼ ਨਹੀਂ। ਔਰ ਕਹਿੰਦੇ ਸਕਾਲਰਸ਼ਿਪ ਦੀ ਵੀ ਇਨਕੁਆਇਰੀ ਕਰਾਤੀ, ਕੈਪਟਨ ਨੂੰ ਸਾਧੂ ਨੂੰ ਕਲੀਨ ਚਿੱਟ। ਆ ਸਾਡਾ ਆ ਦੇਖੋ, ਇਹ ਸਾਡੇ ਦੇਖੋ ਚਿੱਤਰਕਾਰ। ਅਸੀਂ ਤਾਂ ਕੈਪਟਨ ਸਾਹਿਬ ਨੂੰ ਇਹ ਫੋਟੋ ਦੇ ਰਹੇ ਸੀ ਕਿ ਇਹ ਫਰੇਮ ਕਰਾ ਲਓ ਤੁਸੀਂ। ਔਰ ਕਿਉਂ? ਦੇਖੋ ਆਸ਼ੀਰਵਾਦ ਕੈਪਟਨ ਸਾਹਿਬ ਦਾ ਇਹਦੇ 'ਚ ਆ ਫੜ ਲਓ ਜੀ। ਔਰ ਮੈਂ ਕਿਹਾ ਇਹ ਕੀ ਫੋਟੋ, ਮੈਂ ਕਿਹਾ ਜਿਸ ਚਿੱਤਰਕਾਰ ਨੇ ਫੋਟੋ ਬਣਾਈ ਹੈ ਆ ਤੁਹਾਡਾ ਆਸ਼ੀਰਵਾਦ ਹੈ ਤੇ ਕਲੀਨ ਚਿੱਟ ਦੇਣ ਵਾਲੇ ਸਤਿਕਾਰਯੋਗ ਬੀਬੀ ਜੀ ਮਗਰ ਬਿਠਾਏ ਆ। ਧਿਆਨ 'ਚ ਉਹਨਾਂ ਦੇ ਡੀਜੀਪੀ ਪੰਜਾਬ ਨੇ ਕਿ ਜਦੋਂ ਮੇਰੇ ਨਾਲ ਹੈ ਤਾਂ ਕਿਹਨੇ ਮੇਰੀ ਇਨਕੁਆਇਰੀ ਨੂੰ ਕੁਐਸਚਨ ਕਰਨਾ। ਤੇ ਦੋਵੇਂ ਠੱਗਾਂ ਨੂੰ, ਧਾਲੀਵਾਲ ਜਿਹੜਾ ਧਾਲੀਵਾਲ ਡਾਇਰੈਕਟਰ ਸੀ ਤੇ ਉਹਨੂੰ ਕਲੀਨ ਚਿੱਟ। ਕਮਾਲ ਹੋ ਗਈ ਯਾਰ। ਮੈਂ ਅੱਜ ਚੈਲੰਜ ਦਿੰਦਾ ਕੈਪਟਨ ਅਮਰਿੰਦਰ ਸਿੰਘ ਨੂੰ, ਸ਼੍ਰੋਮਣੀ ਅਕਾਲੀ ਦਲ ਸਾਰਾ, ਕਰਾਓ ਇਹਦੀ ਹਾਈ ਕੋਰਟ ਦੀ ਜਾਂਚ ਜੇ ਤੁਹਾਡਾ ਸਾਧੂ ਬਚ ਜੇ। ਤੁਹਾਡਾ ਸਾਧੂ ਨਹੀਂ ਬਚਣਾ ਜੇ ਇਸ ਗੱਲ ਦੀ ਵੀ ਇਨਕੁਆਇਰੀ ਹੋ ਗਈ। ਆ ਜ਼ਮੀਨਾਂ ਦੀ ਦੱਸੋ, 90,000 ਦੀ ਜ਼ਮੀਨ 9,90,000 ਨੂੰ ਲੈ ਕੇ ਚੂਨਾ ਲਵਾਤਾ। ਸਪੀਕਰ ਸਾਹਿਬ ਵੀ ਸਹਿਮਤ ਸੀ।
ਕਿ ਵਾਕਈ ਇਹ ਉਹ ਵੀ ਕਿਉਂਕਿ ਉਹਨਾਂ ਦੇ ਏਰੀਆ ਦੀ ਗੱਲ ਹੈ, ਤੇ ਜੇ ਕੈਪਟਨ ਸਾਹਿਬ ਦਾ ਸਾਧੂ ਬਾਜੇ ਤੇ ਤੁਸੀਂ ਜੋ ਸਾਡੀ ਮਰਜ਼ੀ ਸਜ਼ਾ ਲਾ, ਅਸੀਂ ਐਡਜੋਰਨਮੈਂਟ ਮੋਸ਼ਨ ਦਿੱਤਾ ਸੀ, ਉਹ ਵੀ ਨਹੀਂ ਮੰਨਿਆ। ਇਹ ਜਿਹੜਾ ਸ਼ਡਿਊਲ ਕਾਸਟ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ ਤੇ ਐਮਬੈਜ਼ਲਮੈਂਟ ਜਿਹੜੀ ਹੋਈ ਹੈ, ਉੱਤੇ ਸਪੀਕਰ ਸਾਹਿਬ ਨੇ ਕਿਹਾ ਜੀ ਇਹ ਪੁਰਾਣਾ ਮਾਮਲਾ ਆ। ਅੱਛਾ, ਪੁਰਾਣਾ ਕੀ, ਅੱਜ ਵੀ ਅਖਬਾਰਾਂ 'ਚ ਲੱਗਾ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲ ਰਹੀ, ਡਿਗਰੀਆਂ ਨਹੀਂ ਮਿਲ ਰਹੀਆਂ, ਤੇ ਆ ਜਿਹੜੀ ਆ ਜਿਹੜਾ ਕਲੀਨ ਚਿੱਟ ਦੇਤੀ ਆ। ਅਸੀਂ ਕਿਹਾ ਕਲੀਨ ਚਿੱਟ ਦੇ ਉੱਤੇ ਕਿਰਪਾ ਸ਼ੰਕਰ ਸਰੋਜ ਦੀ ਜਾਂਚ ਰਿਪੋਰਟ ਦੇ ਉੱਤੇ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਉਹਦੀ ਜਾਂਚ ਤੇ ਕਰਾ ਲਓ, 2 ਘੰਟੇ ਦਾ ਟਾਈਮ ਰੱਖ ਲਓ ਵਿਧਾਨ ਸਭਾ 'ਚ, ਇਹ ਤੇ ਬਹਿਸ ਕਰਾ ਲਓ। ਅਸੀਂ ਤੁਹਾਨੂੰ ਸਾਬਤ ਕਰ ਦਿਆਂਗੇ ਕਿ ਧਰਮਸੋਤ ਸ਼ਾਮਿਲ ਆ, ਵੀ ਤੁਸੀਂ ਉਹਨੂੰ ਬਚਾ ਰਹੇ ਆ, ਤਾਂ ਮਤਲਬ ਕੈਪਟਨ ਸਾਹਿਬ ਵੀ ਵਿੱਚ ਸ਼ਾਮਿਲ ਆ ਇਸ ਘਪਲੇ ਦੇ ਵਿੱਚ, ਕੱਲਾ ਧਰਮਸੋਤ ਨਹੀਂ ਹੈ, ਕੈਪਟਨ ਸਾਹਿਬ ਵੀ ਹੈ। ਜਿਹੜੀ ਗੱਲ ਟੀਨੂ ਜੀ ਕਰ ਰਹੇ ਆ ਕਿ ਅੱਜ ਕੈਪਟਨ ਸਾਹਿਬ ਸਾਧੂ ਜਿਹੜਾ ਕਾਂਗਰਸ ਦਾ ਜਿਹਨੇ ਏਡੀ ਵੱਡੀ ਠੱਗੀ ਮਾਰੀ ਆ ਉਹਦੇ ਨਾਲ ਤਾਂ ਖਲੋ ਗਏ, ਜਿਨ੍ਹਾਂ ਬੱਚਿਆਂ ਦੇ ਭਵਿੱਖ ਮਾਰੇ ਗਏ ਆ ਐਸਸੀ ਬੀਸੀ ਬੱਚਿਆਂ ਨਾਲ, ਉਹਨਾਂ ਨਾਲ ਨਹੀਂ ਖਲੋਤੇ। ਔਰ ਇਹ ਬੜਾ ਲੰਮਾ ਟੌਪਿਕ ਆ, ਬੜੀ ਮੇਰੇ ਕੋਲ ਇਹ 'ਚ ਡਿਟੇਲ ਆ, ਤੁਸੀਂ ਪੜ੍ਹ ਵੀ ਲਈ ਹੋਣੀ ਆ। ਅੱਜ ਛੱਡੋ, ਅੱਜ ਐਗਰੀਕਲਚਰ ਦੀ ਗੱਲ ਕਰਕੇ, ਮਗਰ ਕਿਉਂਕਿ ਅੱਜ ਇਸ ਦਾ ਰੌਲਾ ਪਿਆ, ਕੈਪਟਨ ਅਮਰਿੰਦਰ ਸਿੰਘ ਫਲੋਰ ਆਫ ਦਾ ਹਾਊਸ ਇਸ ਮੰਤਰੀ ਨੂੰ ਕਲੀਨ ਚਿੱਟ ਦੇ ਰਹੇ, ਇੱਕ ਆਪ ਦੇ ACS ਦੀ ਕੀਤੀ ਹੋਈ ਇਨਕੁਆਇਰੀ ਰੱਦ ਕਰ ਰਹੇ ਆ। ਇਹ ਹਾਲਾਤ ਬਣ ਗਏ ਆ ਪੰਜਾਬ ਦੇ, ਕਿਹਦਾ ਭਰੋਸਾ ਰਹਿ ਜਾਣਾ? ਜੇ ਕੋਈ ਸਮਝਦਾ ਕਿ ਇਹ ਸਾਧੂ ਸਿੰਘ ਗਿਲਟੀ ਨਹੀਂ, ਉਹੋ ਜਿਹਾ ਕੰਮ ਕਿਸਾਨੀ ਤੇ ਕਰ ਗਏ। ਥੈਂਕ ਯੂ। ਬਿੱਲ ਵੀ ਪੇਸ਼ ਕਰਿਆ 15 ਸਾਲ ਵਾਲਾ, ਉਹ ਸਾਰੇ ਇਹਨਾਂ ਦੇ ਮੰਤਰੀ ਨੇ ਕਬਜ਼ੇ ਕਿਹਾ ਕਰਨੇ ਸੀਗਾ ਵੀ ਤੁਹਾਡੇ ਮੰਤਰੀ ਬਲਬੀਰ ਸਿੱਧੂ ਨੇ ਬਲੌਂਗੀ 'ਚ ਤੇ ਜਿਹੜਾ ਇੱਕ ਹੋਰ ਪਿੰਡ ਆ ਵੀ ਉੱਥੇ ਸਾਵਨਾੜ ਤੇ ਕਬਜ਼ਾ ਕਰਨਾ, ਉਹਦੇ ਵਾਸਤੇ ਬਿੱਲ ਬਣਾਇਆ ਹੈਗਾ।